Thanks for being with us. This is Just Broadcasting, and you're watching Just Punjabi. Jalde Chakki De is brought to you by Zenu Credit Repair, Legend Transportation Incorporated, Zender Mortgage and Real Estate Incorporated, Soliva Solar System, Compass Funding Solutions, Transportation Funding and Financing. कोलिया ट्रक ड्राइविंग स्कूल फ्रिस्नो सारिया सहूलतां नाल भरपूर इक्को जगह कांटेक्ट करो सुरजीत कोलिया। सोहनी धरत इस पंजाब उत्ते बाबे नानक जै सच्चे पीर भी हैं। सोहनी धरत इस पंजाब उत्ते बाबे नानक जे सच्चे पीर भी हैं। चिश्ती शाह हुसैन गुरदास छज्जू काने भगत जे होए फकीर भी हैं। तीर्थ राम जै मस्त अलमस्त होए ते गुरु अर्जन जै गहर गंभीर भी हैं। कलगीधर ते शेरे पंजाब भी हैं। दुल्ला कलगीधर ते शेरे पंजाब भी हैं। नलुआ बंदे जे वीर भी हैं। नलुआ बंदे जहे वीर भी हैं। पंजाब की धरती दीयां सिफतां करदियां इन्हां लाइनां दे नाल मैं हाज़र हाँ जी जगतार सिंह जग्गी। सब तो पहला जस पंजाबी देखने वाले ते पंजाबी माँ बोली नूं प्यार करने वाले प्यारे प्यारे पंजाबियों नूं मेरे वालों प्यार भरी सत श्री अकाल नमस्कार आदाब सलाम हैलो है ते नाल दी नाल बहुत बहुत निघा स्वागत अज दे इस लाइव शो दे विच। ज्ञानी गुरमुख सिंह मुसाफर साहब दीयां ये लाइनां सी खूबसूरत। वैसे कविता उन्हां दी बड़ी लंबी हैगी आ। ये जिहड़ी पंजाब ਉਹਦੀ ਗੱਲ ਕਰਦੇ ਸੀਗੇ। ਚਲੋ ਆਪਾਂ ਪੰਜਾਬ ਦੀ ਗੱਲ ਕਰਦੇ ਹਮੇਸ਼ਾ ਤੇ ਅੱਜ ਵੀ ਪੰਜਾਬ ਦੀ ਗੱਲ ਕਰਨੀ ਹੈ। ਪਰ ਅੱਜ ਦਾ ਪ੍ਰੋਗਰਾਮ ਲਾਈਵ ਹੋਏਗਾ ਤੇ ਥੋੜਾ ਵੱਖਰਾ ਹੋਏਗਾ। ਵੱਖਰੇ ਤੋਂ ਭਾਵ ਇਹ ਹੈ ਕਿ ਸਿਹਤ ਦੀ ਅਸੀਂ ਗੱਲ ਕਰੀਦੀ ਹੈ। ਸਾਨੂੰ ਬਹੁਤ ਸਾਰੇ ਲੋਕਾਂ ਨੇ ਡਿਮਾਂਡ ਕੀਤੀ ਹੈ। ਅਸੀਂ ਡਾਕਟਰ ਨਵਦੀਪ ਸ਼ਰਮਾ ਦਾ ਪ੍ਰੋਗਰਾਮ ਰਾਤੀ 9 ਵਜੇ ਪੈਸੀਫਿਕ ਟਾਈਮ ਸ਼ੁਰੂ ਕੀਤਾ ਸੀਗਾ ਤੇ ਪਰ ਬਹੁਤ ਸਾਰੇ ਸਾਨੂੰ ਫੋਨ ਆਏ ਮੈਸੇਜ ਆਏ ਈਮੇਲਸ ਆਈਆਂ ਖਾਸ ਤੌਰ ਤੇ ਈਸਟ ਕੋਸਟ ਤੋਂ ਵੀ ਉਦੋਂ ਭਾਈ ਬੜਾ ਲੇਟ ਹੈਗਾ ਤੇ ਗੱਲਾਂ ਉਹਨਾਂ ਦੀਆਂ ਵਧੀਆ ਹੁੰਦੀਆਂ ਤੇ ਇਸ ਕਰਕੇ ਉਹਨਾਂ ਦਾ ਟਾਈਮ ਚੇਂਜ ਕਰੋ। ਫਿਰ ਅਸੀਂ ਕੀ ਕੀਤਾ ਜੀ ਹੁਣ ਡਿਸਾਈਡ ਇਹ ਕੀਤਾ ਕਿ ਹਰ ਮੰਗਲਵਾਰ ਮੇਰੇ ਪ੍ਰੋਗਰਾਮ ਦੇ ਵਿੱਚ ਇਸ ਪ੍ਰੋਗਰਾਮ ਦੇ ਵਿੱਚ ਹੀ ਅਸੀਂ ਉਹਨੂੰ ਲੈ ਲਿਆ ਕਰਾਂਗੇ ਕਿਉਂਕਿ ਹੋਰ ਕੋਈ ਸਮਾਂ ਬਚਿਆ ਨਹੀਂ। ਇਸ ਪ੍ਰੋਗਰਾਮ ਦੇ ਵਿੱਚ ਲੈ ਕੇ ਹੀ ਤੇ ਤੁਹਾਡੇ ਸਵਾਲਾਂ ਦੇ ਜਵਾਬ ਉਹ ਦੇਣਗੇ। ਸੋ ਅੱਜ ਕਾਲ ਕਰਕੇ ਕੋਈ ਵੀ ਸਿਹਤ ਨਾਲ ਸੰਬੰਧਿਤ ਸਵਾਲ ਹੈਗਾ ਤੇ ਕਾਲ ਕਰਕੇ ਤੁਸੀਂ ਡਾਕਟਰ ਸਾਹਿਬ ਕੋਲੋਂ ਉਹਦਾ ਜਵਾਬ ਲੈ ਸਕਦੇ ਹੋ ਕਿਉਂਕਿ ਕਹਿੰਦੇ ਵੀ ਜਾਨ ਹੈ ਤਾਂ ਜਹਾਨ ਹੈ। ਸਭ ਬਾਕੀ ਦੀਆਂ ਗੱਲਾਂ ਛੱਡੋ ਪਹਿਲਾਂ ਸਿਹਤ ਜ਼ਰੂਰੀ ਹੈ। ਗੁਰਦਾਸ ਮਾਨ ਸਾਹਿਬ ਦਾ ਗੀਤ ਵੀ ਆਇਆ ਸੀਗਾ ਪਰ ਉਦੋਂ ਵੱਡੀ ਜੀ ਗੱਲ ਜੇ ਕਰੀਏ ਸਿਹਤ ਇਸ ਕਰਕੇ ਵੀ ਜ਼ਰੂਰੀ ਆ ਕਿ ਸਾਡੇ ਕੋਲ ਇੱਥੇ ਇੱਧਰਲੇ ਮੁਲਕਾਂ ਦੇ ਵਿੱਚ ਪੈਸਾ ਪੂਸਾ ਚਲੋ ਸਾਰਾ ਕੁਝ ਹੋ ਹੀ ਜਾਂਦਾ ਕੰਮ ਕਰਕੇ ਮਿਹਨਤ ਕਰਕੇ ਪਰ ਜੇ ਸਿਹਤ ਢਿੱਲੀ ਮੱਠੀ ਹੋ ਗਈ ਤਾਂ ਫਿਰ ਉਦੋਂ ਬਾਅਦ ਕੰਮ ਖਰਾਬ ਹੋ ਜਾਂਦਾ। ਗੱਲ ਕਰੀਏ 11 ਮਾਰਚ ਹੈ। 11 ਮਾਰਚ ਨੂੰ ਵਰਲਡ ਕਿਡਨੀ ਡੇ ਹੈ ਜੀ। ਸਾਡੀਆਂ ਕਿਡਨੀਆਂ ਦਾ ਸਭ ਤੋਂ ਵੱਡਾ ਹੱਥ ਹੁੰਦਾ ਸਾਡੇ ਸਰੀਰ ਦੇ ਵਿੱਚ। ਕਿਡਨੀਆਂ ਖਰਾਬ ਹੋ ਜਾਣ ਤਾਂ ਬਹੁਤ ਔਖਾ ਹੋ ਜਾਂਦਾ। ਜਿਵੇਂ ਅਸੀਂ ਗੱਲ ਕਰੀ ਸਰੂਰ ਸਿਕੰਦਰ ਸਾਹਿਬ ਦੀਆਂ ਦੋਨੋਂ ਕਿਡਨੀਆਂ ਖਰਾਬ ਹੋ ਗਈਆਂ ਸੀਗੀਆਂ ਫਿਰ ਨੂਰੀ ਜੀ ਨੇ ਕਿਡਨੀ ਦਿੱਤੀ ਵੀ ਤੇ ਪਰ ਉਹ ਗੱਲ ਨਹੀਂ ਬਣੀ ਜ਼ਿਆਦਾ ਲੰਬਾ ਸਮਾਂ ਤੱਕ ਗੱਲ ਨਹੀਂ ਚੱਲ ਸਕੀ। ਸੋ ਇਸ ਕਰਕੇ ਕਿਡਨੀ ਦੀ ਗੱਲ ਅਸੀਂ ਕਰਨੀ ਅੱਜ। ਕਿਡਨੀ ਦੀ ਗੱਲ ਕਰਾਂਗੇ ਡਾਕਟਰ ਸਾਹਿਬ ਕਿਵੇਂ ਇਹਦੀ ਸਾਂਭ ਸੰਭਾਲ ਰੱਖ ਸਕਦੇ ਹਾਂ ਤੇ ਕਿਵੇਂ ਅਸੀਂ ਤੇ ਕਿਵੇਂ ਅਸੀਂ ਬਿਮਾਰ ਹੋਣ ਤੋਂ ਪਹਿਲਾਂ ਠੀਕ ਰਹਿ ਸਕਦੇ ਹਾਂ। ਡਾਕਟਰ ਨਵਦੀਪ ਸ਼ਰਮਾ ਤੁਸੀਂ ਲਾਈਵ ਕਾਲ ਕਰਕੇ ਇਹਨਾਂ ਨੂੰ ਕੋਈ ਵੀ ਸਵਾਲ ਕਰ ਸਕਦੇ ਹੋ ਜੀ। ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਤੁਹਾਡਾ ਤੇ ਥੈਂਕ ਯੂ। ਜਸ ਪੰਜਾਬੀ ਦੇ ਸਾਰੇ ਦਰਸ਼ਕਾਂ ਤੇ ਜਸ ਪੰਜਾਬੀ ਦੀ ਟੀਮ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜੱਗੀ ਜੀ ਤੁਸੀਂ ਬਿਲਕੁਲ ਸਹੀ ਗੱਲ ਕੀਤੀ ਹੈ ਜੀ। ਕਿਡਨੀਜ਼ ਦੇਖੋ ਸਾਡੇ ਸਰੀਰ ਦੇ ਅੰਦਰ ਕੁਝ ਐਸੇ ਆਰਗਨਸ ਨੇ ਜਿਨ੍ਹਾਂ ਆਰਗਨਸ ਦੇ ਅੰਦਰ ਅਗਰ ਮਾੜੀ ਦੀ ਵੀ ਕਮੀ ਆ ਜਾਏ ਤੇ ਜੀਣਾ ਮੁਸ਼ਕਲ ਹੋ ਜਾਂਦਾ ਜੀ। ਤੇ ਉਹਨਾਂ ਆਰਗਨਸ ਚੋਂ ਇੱਕ ਬੜਾ ਮੇਜਰ ਆਰਗਨ ਹੈ ਸਾਡੀ ਕਿਡਨੀਜ਼। ਆਪਾਂ ਡੇਲੀ ਕਈ ਕੁਝ ਖਾਂਦੇ ਆ ਜੀ। ਸਾਡੀ ਬੋਡੀ ਦੇ ਅੰਦਰ ਮੈਟਾਬੋਲਿਜ਼ਮ ਹੁੰਦਾ ਵਾ ਹਰ ਵੇਲੇ ਹਰ ਪਲ ਸਾਡੇ ਸਰੀਰ ਦੇ ਅੰਦਰ ਟੌਕਸਿਨ ਇਕੱਠੇ ਹੁੰਦੇ ਜਾ ਰਹੇ ਨੇ ਔਰ ਸਾਡੀ ਕਿਡਨੀਆਂ ਬਿਨਾਂ ਸਾਨੂੰ ਇਹ ਜਤਲਾਏ ਕਿ ਆਪਾਂ ਸਾਰਾ ਟਾਈਮ ਕਿੰਨਾ ਕੰਮ ਕਰਦੀਆਂ ਹਰ ਵੇਲੇ ਉਹਨਾਂ ਟੌਕਸਿਨਸ ਨੂੰ ਸਰੀਰ ਤੋਂ ਬਾਹਰ ਨਿਕਾਲਦੇ ਜਾਂਦੇ ਆ ਔਰ ਆਪਾਂ ਫॉर ਗ੍ਰਾਂਟਡ ਲੈਂਦੇ ਆ ਜੀ ਆਪਣੀ ਕਿਡਨੀਜ਼ ਨੂੰ। ਆਪਾਂ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਕੱਢਦੇ ਰਹੀ ਹੋ ਟੌਕਸਿਨਸ ਤੇ ਹੋਰ ਲਓ। ਆਪਾਂ ਹਰ ਉਹ ਕੰਮ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜਿਹਦੇ ਨਾਲ ਜਿਹੜੀਆਂ ਕਿਡਨੀਜ਼ ਨੇ ਉਹਨਾਂ ਤੇ ਹੋਰ ਬੋਝਾ ਪਏ
और यही नतीजा है कि अज क्योंकि लाइफ स्टाइल ऐसा हो चुका है कि टॉक्सिन्स बहुत ज़्यादा बन रहे हैं, स्ट्रैस ज़्यादा है, तो किडनीज ओवरवर्क करके कई प्रकार दी प्रॉब्लम्स करके कई हार्मफुल कैमिकल्स करके जिहड़े फूड अंदर भी एडिड ने साडे ते किडनीज बहुत डैमेज हो रही ने। अज क्रोनिक किडनी डिजीज के जिहड़े पेशेंट्स ने जिन्हां दे गुर्दे खराब हो जाते हैं बहुत ज़्यादा वध रहे हैं, बहुत गिनती च वध रहे हैं जी। सो एक बार फिर मैं सारे दर्शकों दस दूँ कि साडा अज दा शो जिहड़ा साडी सेहत नूं समर्पित है, सेहत ठीक होनी चाहिए है। खास तौर पर डॉक्टर साहब किडनी की गल करते हैं, पर तुसीं कोई भी सवाल जिहड़ा इन्हां नूं डॉक्टर साहब नूं पुछ सकते हो। डॉक्टर साहब तुहाडा ये भी धन्नवाद करते हैं क्योंकि तुसीं इस समय बिजी हुंदे हो इंडिया दे विच, ते समा तुहानूं जिहड़ा इत्थे दे हिसाब नाल राती 9 बजे सी कैलीफोर्निया हिसाब नाल, ते वो तुसीं उदों थोड़ा जिहा फ्री हुंदे, पर सानूं काफ़ी लोगों ने कहा जी भी वो समा साडे वास्ते सही नहीं हैगा, गल्लां डॉक्टर साहब ਦੀਆਂ सुननियां ਹੁੰਦੀਆਂ ਤੇ ਜਾਂ रिपीट दस दिओ कदों आउंदा है। तो रिपीट कैलीफोर्निया वास्ते तो हैगा जी वधिया, ये राती 11 बजे फिर इत्थों दे पैसिफिक टाइम रिपीट हुंदा प्रोग्राम। तो डॉक्टर साहब तुसीं किडनी की गल कीती है, पहला तो मैं ये जानना चाहांगा कि वर्ल्ड किडनी डे जिहड़ा हैगा 11 मार्च की गल करते हैं आपां, ते वो किवें शुरू होया ते उहदी किवें जरूरत पई? देखो जी, वर्ल्ड किडनी डे जी जदों भी आपां किसी वर्ल्ड के अंदर सैलीब्रेट किए जाने वाले डे की गल करते हैं, वो सैलीब्रेट ही इस करके किया जाता है, वो इस करके उन्होंने सैलीब्रेट भी नहीं कहांगा मैं, इस करके उस डे को रखा जाता है कि पूरा विश्व एक इंपॉर्टेंस समझ सके कि गुर्दे साडे वास्ते कितने इंपॉर्टेंट ने जी। आप अपने हार्ट वास्ते केयरफुल हाँ, बीपी होए हल्का फुल्का चेक कर लेने यार, बीपी साडा जिहड़ा है वो वध रहा है, चलो जाके डॉक्टर को दिखा आइए। आईज कोई प्रॉब्लम आती है, दंदां की कोई प्रॉब्लम आती है, हर ऑर्गन वास्ते सीरीयस है। सब तो ज़्यादा इग्नोर्ड अगर कोई ऑर्गन है वो है किडनीज। और क्यों इग्नोर्ड है? कुदरत ने 2 दित्तियां ने जी। 50% भी खराब हो जाए अगर साडियां किडनी, सोचो कितनी वड्डी गल है जग्गी जी कि 50% किडनीज खराब हो जाए तो तद भी एक पैसे की भी कोई प्रॉब्लम नहीं किसी को आती। अच्छा जी, एक अन्ना वड्डा ऑर्गन 50% डैमेज हो चुका है तो पेशेंट को पता भी ना चले कि मेरा शरीर का एक मेजर अंग 50% खराब हो चुका है। यही करके वर्ल्ड किडनी डे जिहड़ा है वो जिहड़ा वा WHO ने अनाउंस किया कि वर्ल्ड किडनी डे होना चाहिए। इस दिन आपां लोकां नूं यह गाइड करते हैं, पूरे वर्ल्ड च गाइड किया जाता है कि किस तरह किडनीज की संभाल करो, किहड़े टेस्ट टाइम सिर कराते रहो, की लक्षण ने जिन्हां तो तुहानूं पता चल सकता है कि किडनियां खराब हो रही ने। क्योंकि अगर आप एलोपैथी की गल करिए, नो डाउट आयुर्वेद आप किडनी वास्ते बड़ा कुछ देंगे भी हाँ, पेशेंट्स को रिकवरी भी मिलती है, बट तद भी अगर आप एलोपैथिकली चलीए तो एक बार अगर किडनी खराब हो गई तो डायलिसिस ट्रांसप्लांट वो सारिया जिहड़ियां टफ प्रोसीजर्स ने उन्हां चों मरीज नूं जिहड़ा वा वो गुजरना पैंदा है। यही कारण है कि 11 मार्च एक डे डिसाइड करता गया जिस दिन पूरे वर्ल्ड च लोकां नूं एजुकेट किया जाता है, गाइड किया जाता है क्यों किडनीज इंपॉर्टेंट ने, किस तरह तुसीं किडनीज की संभाल करनी है, किहड़ियां चीज़ां किडनीज नूं डैमेज कर सकदियां ने, ते अगर किडनीज डैमेज हो रही ने तो पहले लक्षण की ने जिन्हां तो तुसीं सुचेत हो जाना। तो हुण गल आ गई भी जिवें तुसीं गल कीती आ भी 50% भी डैमेज हो जाण ते कोई बड़ा पता नहीं लगता। सो फिर किडनी का किवें पता लगता है ना? किडनी के पता लगन तो पहला खराब है कि नहीं है, उदों पहला असीं किन्हां चीज़ां दा ध्यान रखिए कि खराब होवे ही ना? बिल्कुल जी, देखो किडनीज नूं सब तो पहले जिहड़ी खराबी पहुंचाता ब्लड प्रेशर। आम तौर पर हुंदा की है कि अगर मैं किसी नाल गल भी करा, बड़ी बड़ी मेरे को मरीज आते हैं वो कहते हैं जी 140 रहिंदा बीपी साडा 150, आपां नहीं दवाई दुई खांदे, लग जांदियां ने दवाइयां, आपां क्यों खाइए दवाइयां, बाद चों लग जाएगी फिर बीपी की दवाई रोज खानी पएगी, लेकिन वो बिल्कुल गलत है जी। किडनी का सब तो वड्डा दुश्मन है ब्लड प्रेशर। अगर ब्लड प्रेशर वधेगा और लगातार वधिया रहेगा फिर भावें 150 ही रह रहा लगातार और आप उसका ध्यान नहीं कर रहे, एक ना एक दिन उन्हें साडी किडनीज नूं खराब करना ही करना जी। थोड़ा थोड़ा करके करे लेकिन करेगा जरूर खराब। ब्लड प्रेशर नूं एक साइड ते कर दिए, दूसरा आंदा जी फूड कैमिकल्स। अजकल आपां कोई भी अगर खाना खान जाइए तो खाने की जिहड़ी रंगत है वो बड़ी मायने रखती साडे वास्ते। यही कारण है कि बड़ियां सुंदर सुंदर फूड कलर्स आ गए ने, प्रिजर्वेटिव्स आ गए ने, क्योंकि फैशन चल गया अजकल कैंड फूड्स का, प्रिजर्व्ड फूड्स का। आपां घर दे खाने की जगह ते प्रेफर करते हैं, अगर आपां दुध भी पीना होएगा ना तो आपां कैंड दुध नूं बड़ा लाइक करते हैं। अगर आपां कोई सब्जियां की भी गल करिए, अजकल इंस्टेंट सब्जियां आ गई ने सारियां। देखो एमरजेंसी च यह चीज़ां माड़ियां नहीं है, साडा शरीर सह सकदा वा, बट आपां आदत ही इन्हां दी पा लईए। वो रोज उन्हें कैमिकल्स बॉडी च जाणगे, उन्हां नूं बेचारे कैमिकल्स नूं बेचारियां किडनीज नहीं कढना, किडनीज डैमेज हो जांदियां ने, सुज जांदियां ने, अंदरों इंजरी हो जाती, आपां फिर नहीं हटदे, आप फिर वही कैमिकल्स खाई जा रहे हैं। जो कंटीन्यूअसली बिल्कुल उस तरह ही है कि साडी गड्डी का इंजन गर्म हो गया
ਉੱਥੇ ਨੀਡਲ ਵੀ ਆ ਰਹੀ ਕਿ ਗਰਮ ਹੋ ਗਿਆ, ਆਪਾਂ ਫਿਰ ਵੀ ਗੱਡੀ ਦੌੜਾਈ ਜਾਈਏ ਕਿ ਨਹੀਂ ਜੀ ਆਪਾਂ ਨਹੀਂ ਕੱਟਣਾ, ਇੰਜਨ ਪੂਰਾ ਸਾੜ ਕੇ ਹਟਾਂਗੇ। ਬਿਲਕੁਲ। ਉਹ ਜਦੋਂ ਪੂਰੀ ਕਿਡਨੀ ਜਦੋਂ ਡੈਮੇਜ ਹੋ ਜਾਂਦੀ ਹੈ ਉਹਨਾਂ ਕੈਮੀਕਲਸ ਕਰਕੇ, ਫਿਰ ਆਪਾਂ ਜਾ ਕੇ ਡਾਕਟਰਸ ਕੋਲ ਭਜਦੇ ਹਾਂ ਜੀ ਸਾਡੀ ਕ੍ਰੀਏਟਿਨਾਈਨ ਵੱਧ ਗਈ ਹੈ, ਸਾਡਾ ਯੂਰੀਆ ਵੱਧ ਗਿਆ ਵਾ, ਹੁਣ ਸਾਨੂੰ ਬਚਾਓ। ਬਟ ਅਨਲੱਕੀਲੀ ਕਿਡਨੀਜ਼ ਵਿਚਾਰੀਆਂ ਸਾਈਨ ਹੀ ਉਦੋਂ ਦਿੰਦੀਆਂ ਨੇ ਜਦੋਂ ਦੇ ਆਰ ਮੋਰ ਦੈਨ 50% ਡੈਮੇਜਡ। ਤੇ ਕੀ ਇਹਦੇ ਨਿਸ਼ਾਨੀਆਂ ਹੈਗੀਆਂ ਜੀ ਵੀ ਜਦੋਂ ਪਤਾ ਲੱਗ ਜਾਵੇ ਕਿਡਨੀ ਖਰਾਬ ਹੋਣੀ ਸ਼ੁਰੂ ਹੋ ਗਈ ਹੈ? ਇਹਦੀ ਸਭ ਤੋਂ ਕਾਮਨ ਨਿਸ਼ਾਨੀ ਜੱਗੀ ਜੀ ਹੈ ਕਿ ਅਨਨੈਸੈਸਰੀ ਐਕਸਟਰਾਆਰਡੀਨਰੀ ਵੀਕਨੈਸ। ਆਮ ਤੌਰ ਤੇ ਅਗਰ ਸਾਨੂੰ ਵੀਕਨੈਸ ਫੀਲ ਹੁੰਦੀ ਹੈ, ਸਾਹ ਚੜਦਾ ਵਾ, ਤੇ ਆਪਾਂ ਕਹਿ ਦਿੰਦੇ ਆ ਬੜੀ ਵਾਰੀ ਚਲ ਯਾਰ ਸਾਡੀ ਖੁਰਾਕ ਚੰਗੀ ਨਹੀਂ ਹੋਣੀ। ਕਦੀ ਵੀ ਆਪਾਂ ਵੀਕਨੈਸ ਨੂੰ, ਜੇ ਸਾਨੂੰ ਐਕਸਟਰਾ, ਦੇਖੋ ਕਿਸੇ ਦਿਨ ਸਾਨੂੰ ਵੀਕ ਫੀਲ ਹੋ ਰਿਹਾ, ਇੱਕ ਦਿਨ 2 ਦਿਨ ਵੀਕ ਫੀਲ ਹੋ ਰਿਹਾ, ਚੱਲਦਾ ਵਾ, ਹੋ ਸਕਦਾ ਆਪਾਂ ਵੱਧ ਕੰਮ ਕਰ ਲਿਆ। ਡੇਲੀ ਆਪਾਂ ਐਕਸਟਰਾਆਰਡੀਨਰੀ ਵੀਕ ਫੀਲ ਕਰ ਰਹੇ ਹਾਂ, ਸਾਨੂੰ ਛੋਟੀ ਛੋਟੀ ਚੀਜ਼ਾਂ ਤੇ ਸਾਹ ਚੜ ਰਿਹਾ ਵਾ, ਸਾਡੇ ਲੰਬੇ ਸਮੇਂ ਵਾਸਤੇ ਪੈਰ ਅਗਰ ਆਪਾਂ ਲਟਕਾਏ ਨੇ ਤੇ ਪੈਰਾਂ ਦੇ ਥੱਲੇ ਅਗਰ ਸੋਜਾਂ ਪੈਣੀਆਂ ਸ਼ੁਰੂ ਹੋ ਜਾਣ, ਅੰਡਰ ਆਈ ਸਵੈਲਿੰਗ ਨਾਲ ਰਹਿਣੀ ਸ਼ੁਰੂ ਹੋ ਜਾਵੇ, ਬਿਨਾਂ ਕਾਰਨ ਤੋਂ ਸਾਡਾ ਹੀਮੋਗਲੋਬਿਨ ਲੈਵਲ ਘਟਣਾ ਸ਼ੁਰੂ ਹੋ ਜਾਏ। ਬੜੀ ਵਾਰੀ ਕਿਉਂਕਿ ਆਪਾਂ ਸੋਚਦੇ ਹਾਂ ਆਇਰਨ ਨਹੀਂ ਲੈ ਰਹੇ, ਇਸ ਕਰਕੇ ਐਚਪੀ ਲੈਵਲ ਘੱਟ ਹੈ, ਲੇਕਿਨ ਐਕਚੁਅਲ ਜਿਹੜਾ ਐਚਪੀ ਲੈਵਲ ਘਟ ਰਿਹਾ ਹੁੰਦਾ ਉਹ ਸਾਡੀ ਕਿਡਨੀਜ਼ ਕਰਕੇ ਘਟ ਰਿਹਾ ਹੁੰਦਾ ਵਾ। ਇਹ ਸਾਰੇ ਦੇ ਸਾਰੇ ਕਾਮਨ ਸਾਈਨਸ ਨੇ ਜਿਹੜੇ ਕਿਡਨੀ ਪੇਸ਼ੈਂਟ ਨੂੰ ਹੁੰਦੇ ਨੇ। ਔਰ ਇੱਕ ਬੜਾ ਅਨਇਗਨੋਰਡ ਜਿਹੜਾ ਆਪਾਂ ਇਗਨੋਰ ਕਰ ਦਿੰਦੇ ਸਾਈਨ, ਉਹ ਹੈ ਕਿ ਸਾਨੂੰ ਯੂਰਿਨ ਕਿੰਨਾ ਆ ਰਿਹਾ। ਸਾਡੇ ਚੋਂ ਹਰ ਬੰਦੇ ਨੂੰ ਮਹੀਨੇ 'ਚ 1 ਦਿਨ ਐਸਾ ਜ਼ਰੂਰ ਰੱਖਣਾ ਚਾਹੀਦਾ ਵਾ ਜਿਸ ਦਿਨ ਆਪਾਂ ਆਪਣਾ ਪਿਸ਼ਾਬ ਮਾਪੀਏ ਕਿ 24 ਘੰਟਿਆਂ 'ਚ ਸਾਨੂੰ ਯੂਰਿਨ ਆ ਕਿੰਨਾ ਰਿਹਾ ਵਾ, ਲੇਕਿਨ ਆਪਾਂ ਨਹੀਂ ਕਰਦੇ। ਆਪਾਂ ਆਪਣੇ ਯੂਰਿਨ ਦੀ ਆਊਟਪੁੱਟ ਵਾਸਤੇ ਸੁਚੇਤ ਨਹੀਂ ਆ ਤੇ ਨਾ ਹੀ ਲਿਕੁਇਡ ਦੀ ਇਨਪੁੱਟ ਵਾਸਤੇ ਸੁਚੇਤ ਆ। ਬਟ ਵਾਂਸ ਇਨ ਅ ਮੰਥ, ਚਾਹੇ ਵਰਲਡ ਕਿਡਨੀ ਡੇ ਜਿਹੜਾ ਉਹ ਪੂਰੇ ਸਾਲ 'ਚ ਇੱਕ ਵਾਰੀ ਸੈਲੀਬ੍ਰੇਟ ਕੀਤਾ ਜਾਂਦਾ ਹੈ, ਸਾਨੂੰ ਹਰ ਮੰਥ 'ਚ ਇੱਕ ਡੇ ਆਪਣਾ ਕਿਡਨੀ ਨੂੰ ਡੈਡੀਕੇਟ ਕਰਨਾ ਚਾਹੀਦਾ ਵਾ ਕਿ ਆਪਾਂ ਉਸ ਦਿਨ ਮਾਪਣਾ ਹੈ ਕਿ ਅੱਜ ਸਾਡਾ ਯੂਰਿਨ ਕਿੰਨਾ ਆਇਆ 24 ਘੰਟਿਆਂ 'ਚ। ਉਹ ਯੂਰਿਨ ਦੀ ਕੁਆਂਟੀਟੀ ਬਹੁਤ ਇੰਪੋਰਟੈਂਟ ਹੈ ਜਾਣਨੀ ਜੀ। ਤੇ ਅਗਰ ਆਪਾਂ ਇਹ ਚੀਜ਼ਾਂ ਦਾ ਧਿਆਨ ਰੱਖਦੇ ਹਾਂ ਤੇ ਡੈਫੀਨੇਟਲੀ ਅਗਰ ਸਟਾਰਟਿੰਗ ਵੀ ਹੈ ਕਿਡਨੀ ਡਿਜ਼ੀਜ਼ ਦੀ, ਆਪਾਂ ਸੁਚੇਤ ਹੋ ਸਕਦੇ ਹਾਂ, ਬਚ ਸਕਦੇ ਹਾਂ ਕਿਡਨੀਜ਼ ਦੇ ਫਰਦਰ ਡੈਮੇਜ ਹੋਣ ਤੋਂ। ਨਹੀਂ ਡਾਕਟਰ ਸਾਹਿਬ, ਕੁਆਂਟੀਟੀ ਤੁਸੀਂ ਗੱਲ ਕੀਤੀ ਹੈ, ਕੁਆਂਟੀਟੀ ਕਿੰਨੀ ਹੋਣੀ ਚਾਹੀਦੀ, ਮਿਨੀਮਮ ਜਾਂ ਮੈਕਸਿਮਮ, ਜੇ ਕੋਈ ਚਲੋ ਕੋਈ ਸਾਡੇ ਦਰਸ਼ਕ ਕਰਦੇ ਵੀ ਇਹ? ਦੇਖੋ ਜੀ 1500 ml ਤੋਂ ਲੈ ਕੇ 2500 ml ਦੇ ਵਿੱਚ ਅਗਰ ਤੁਹਾਨੂੰ ਯੂਰਿਨ ਆ ਰਿਹਾ ਹੈ 24 ਘੰਟਿਆਂ ਦੇ ਵਿੱਚ, ਤਾਂ ਇੱਕ ਆਈਡੀਅਲ ਯੂਰਿਨ ਕੁਆਂਟੀਟੀ ਹੈ। ਹੁਣ ਅਗਰ ਕਿਸੇ ਨੂੰ ਬਹੁਤ ਜ਼ਿਆਦਾ ਆ ਰਿਹਾ, ਇਸ ਤੋਂ ਵੱਧ ਬਾਰ-ਬਾਰ ਆ ਰਿਹਾ ਵਾ, ਇਹਦੇ 'ਚ ਆਪਾਂ ਇਹ ਚੇਤਾ ਰੱਖਣਾ ਹੈ ਕਿ ਯੂਰਿਨ ਦੀ ਕੁਆਂਟੀਟੀ ਚੰਗੀ ਹੋਣੀ ਚਾਹੀਦੀ, ਯੂਰਿਨ ਦੀ ਫ੍ਰੀਕੁਐਂਸੀ ਚੰਗੀ ਨਹੀਂ ਹੋਣੀ ਚਾਹੀਦੀ। ਬੜੀ ਵਾਰੀ ਕੀ ਹੁੰਦਾ ਵਾ, ਬੰਦੇ ਨੂੰ ਬਾਰ-ਬਾਰ ਯੂਰਿਨ ਜਾਣਾ ਪੈ ਰਿਹਾ, ਹਰ 2 ਘੰਟੇ ਬਾਅਦ, ਹਰ 2.5 ਘੰਟੇ ਬਾਅਦ ਬੰਦਾ ਯੂਰੀਨੇਟ ਕਰਨ ਜਾ ਰਿਹਾ। ਦੈਟ ਇਜ਼ ਨਾਟ ਅ ਗੁੱਡ ਸਾਈਨ। ਉਹ ਇੱਕ ਅੱਛਾ ਸਾਈਨ ਨਹੀਂ ਹੈ। ਅੱਛਾ ਸਾਈਨ ਹੈ ਬੰਦਾ ਜਾਏ ਘੱਟ ਵਾਰੀ, ਲੇਕਿਨ ਕੁਆਂਟੀਟੀ ਉਹਦੀ 1500 ਤੋਂ 2500 ml ਟੋਟਲ 24 ਘੰਟਿਆਂ 'ਚ ਘੱਟੋ ਘੱਟ ਹੋਏ, ਫਿਰ ਉਹ ਬੰਦਾ ਜਿਹੜਾ ਸੇਫ ਹੈ। 1.5 ਲੀਟਰ ਤੋਂ 2.5 ਲੀਟਰ ਬਿਲਕੁਲ ਜੀ। ਤੇ ਜੇ ਘੱਟ ਆਉਂਦਾ ਫਿਰ ਵੀ ਧਿਆਨ, ਫਿਰ ਵੀ ਲੋੜ ਹੈ? ਬਿਲਕੁਲ ਲੋੜ ਹੈ ਜੀ। ਦੇਖੋ ਕਿਡਨੀ ਨੇ ਯੂਰਿਨ ਦੇ ਰਸਤੇ ਹੀ ਸਾਰੀ ਗੰਦਗੀ ਸਰੀਰ 'ਚੋਂ ਕੱਢਣੀ ਹੈ, ਟੌਕਸਿਨਸ ਨੂੰ ਕੰਸੈਂਟਰੇਟ ਕਰਨਾ ਹੈ। ਹੁਣ ਜੇ ਕਿਡਨੀ ਕੋਲ ਵਿਚਾਰੀ ਕੋਲ ਯੂਰਿਨ ਹੀ ਘੱਟ ਹੈ ਤੇ ਉਹ ਤੇ ਆਪੇ ਹੀ ਗੰਦਗੀ ਸਰੀਰ 'ਚ ਇਕੱਠੀ ਹੋ ਜਾਏਗੀ, ਕੱਢੀ ਨਹੀਂ ਜਾ ਸਕੇਗੀ। ਜੀ ਡਾਕਟਰ ਸਾਹਿਬ, ਇੱਕ ਬ੍ਰੇਕ ਲੈਣੀ ਪੈਣੀ ਹੈ, ਬ੍ਰੇਕ ਤੋਂ ਬਾਅਦ ਫਿਰ ਅਸੀਂ ਕਾਲਾਂ ਦਾ ਸਿਲਸਿਲਾ ਸ਼ੁਰੂ ਕਰਾਂਗੇ। ਗੱਲਾਂ ਬਹੁਤ ਵਧੀਆ ਹੋ ਰਹੀਆਂ ਨੇ ਔਰ ਮੇਨ ਮੇਰਾ ਖਿਆਲ ਨਹੀਂ ਕਦੇ ਅਸੀਂ ਕਿਡਨੀ ਬਾਰੇ ਕੋਈ ਜ਼ਿਕਰ ਕੀਤਾ ਜਾਂ ਕਿਡਨੀ ਦੀਆਂ ਧਿਆਨ ਰੱਖਣ ਬਾਰੇ ਕੋਈ ਗੱਲ ਕੀਤੀ ਹੈ। ਤੁਸੀਂ ਇਸੇ ਤਰ੍ਹਾਂ ਜੁੜੇ ਰਹੋ ਜੀ ਸਾਡੇ ਨਾਲ, ਤੇ ਅਸੀਂ ਬ੍ਰੇਕ ਤੋਂ ਬਾਅਦ ਫਿਰ ਬਾਕੀ ਗੱਲਾਂ ਵੀ ਕਰਾਂਗੇ ਤੇ ਬਾਕੀ ਦਰਸ਼ਕਾਂ ਦੀਆਂ ਕਾਲਾਂ ਜਿਹੜੀਆਂ ਉਹ ਵੀ ਲਵਾਂਗੇ। ਸਾਡੇ ਦਰਸ਼ਕ ਜਿਹੜੇ ਮੈਂ ਉਹਨਾਂ ਨੂੰ ਦੱਸ ਚੁੱਕਾ ਕਿ ਅੱਜ ਦਾ ਪ੍ਰੋਗਰਾਮ ਸਿਹਤ ਨੂੰ ਸਮਰਪਿਤ ਹੈ। ਸਿਹਤ ਸੰਬੰਧੀ ਕੋਈ ਵੀ ਤੁਹਾਡਾ ਸਵਾਲ ਹੈਗਾ ਡਾਕਟਰ ਨਵਦੀਪ ਸ਼ਰਮਾ ਜੀ ਨਾਲ, ਤਾਂ ਛੋਟੇ ਸਵਾਲ ਰੱਖ ਕੇ ਆਪਾਂ ਫਟਾਫਟ ਜਿਹੜੀਆਂ ਤੁਹਾਡੀਆਂ ਕਾਲਾਂ ਲੈਣੀਆਂ ਸ਼ੁਰੂ ਕਰ ਦਾਂਗੇ ਬ੍ਰੇਕ ਤੋਂ ਬਾਅਦ। ਕੋਈ ਵੀ ਪ੍ਰੋਬਲਮ ਹੈਗੀ ਆ, ਆਯੁਰਵੇਦ ਦੇ ਮਾਹਰ ਨੇ ਇਹ ਆਪਾਂ ਨੂੰ ਪਤਾ ਹੈ। ਸਕਰੀਨ ਤੇ ਨੰਬਰ ਆ ਰਿਹਾ ਇਹਨਾਂ ਦਾ ਵੀ, ਤੇ ਸਕਰੀਨ ਤੇ ਨੰਬਰ ਸਟੂਡੀਓ ਦਾ ਵੀ ਆ ਰਿਹਾ ਹੈ। ਕੋਈ ਵੀ ਨੰਬਰ ਤੁਹਾਨੂੰ ਕਰਨਾ ਚਾਹੁੰਦੇ ਹੋ ਤਾਂ ਕਾਲ ਕਰਕੇ ਗੱਲ ਕਰ ਸਕਦੇ ਹੋ। ਫਿਲਹਾਲ ਆਪਾਂ ਇੱਕ ਬ੍ਰੇਕ ਲੈਂਦੇ ਹਾਂ ਤੇ ਬ੍ਰੇਕ ਤੋਂ ਬਾਅਦ ਫਿਰ ਡਾਕਟਰ ਸਾਹਿਬ ਨਾਲ ਜੁੜਾਂਗੇ, ਗੱਲਾਂ ਕਰਾਂਗੇ ਤੇ ਤੁਹਾਡੀਆਂ ਕਾਲਾਂ ਲਵਾਂਗੇ। ਦੇਖਦੇ ਰਹੋ ਜਸ ਪੰਜਾਬੀ। ਜਸ ਪੰਜਾਬੀ। Jalve Chakki Te is brought to you by Zenu Credit Repair, Legend Transportation Incorporated, Zender Mortgage and Real Estate Incorporated, Soliva Solar System, Compass Funding Solutions, Transportation Funding and Financing, ਕੋਲੀਆ ਟਰੱਕ ਡਰਾਈਵਿੰਗ ਸਕੂਲ ਫ੍ਰਿਜ਼ਨੋ, ਸਾਰੀਆਂ ਸਹੂਲਤਾਂ ਨਾਲ ਭਰਪੂਰ ਇੱਕੋ ਜਗ੍ਹਾ। ਕੰਟੈਕਟ ਕਰੋ ਸੁਰਜੀਤ ਕੋਲੀਆ। ਹਾਜ਼ਰ ਹੈ ਜੀ ਇੱਕ ਵਾਰ ਫਿਰ ਮੈਂ ਜਗਤਾਰ ਸਿੰਘ ਜੱਗੀ। ਪ੍ਰੋਗਰਾਮ ਲਾਈਵ ਚੱਲ ਰਿਹਾ ਹੈ ਔਰ ਇਸ ਪ੍ਰੋਗਰਾਮ ਦੇ ਵਿੱਚ ਅੱਜ ਅਸੀਂ ਕੋਸ਼ਿਸ਼ ਕੀਤੀ ਹੈ ਹਰ ਮੰਗਲਵਾਰ ਨੂੰ ਤੁਹਾਡੇ ਰੂਬਰੂ ਡਾਕਟਰ ਨਵਦੀਪ ਸ਼ਰਮਾ ਜੀ, ਜਿਨ੍ਹਾਂ ਨੂੰ ਤੁਸੀਂ ਬਹੁਤ ਪਿਆਰ ਕਰਦੇ, ਜਦੋਂ ਅਮਰੀਕਾ ਦੇ ਵਿੱਚ ਆਉਂਦੇ ਨੇ ਉਦੋਂ ਵੀ ਬੜਾ ਪਿਆਰ ਕਰਦੇ ਹੋ,
ਤੇ ਨਾਲ ਦੀ ਨਾਲ ਕੋਈ ਕਾਲ ਕਰਕੇ ਸਵਾਲ ਕਰਨਾ ਚਾਹੋ ਤਾਂ ਉਹਨਾਂ ਨੂੰ ਕਰ ਸਕਦੇ ਹੋ। ਅੱਜ ਦੇ ਦਿਨ ਹਰ ਮੰਗਲਵਾਰ ਨੂੰ ਜਿਹੜਾ ਲਗਭਗ ਇਸ ਸਮੇਂ ਤੋਂ ਲੈ ਕੇ 8:30 ਤੱਕ ਅਸੀਂ ਕਾਲਾਂ ਜਿਹੜਾ ਸਿਲਸਿਲਾ ਰੱਖਾਂਗੇ ਜਾਰੀ। ਕਾਲਾਂ ਤੁਹਾਡੀਆਂ ਵੈਸੇ ਵੀ ਕਾਫੀ ਆਉਂਦੀਆਂ ਹੁੰਦੀਆਂ ਆਮ ਡੇ ਦੇ ਵਿੱਚ ਵੀ, ਤੇ ਸਿਹਤ ਵਾਸਤੇ ਵੀ ਜ਼ਰੂਰ ਮੈਨੂੰ ਉਮੀਦ ਹੈ ਵੀ ਤੁਸੀਂ ਕਾਲ ਕਰਕੇ ਡਾਕਟਰ ਸਾਹਿਬ ਨੂੰ ਕੋਈ ਵੀ ਸਵਾਲ ਜ਼ਰੂਰ ਕਰਨਾ ਚਾਹੋਗੇ। ਜੀ ਡਾਕਟਰ ਸਾਹਿਬ ਇੱਕ ਵਾਰ ਫਿਰ ਸਵਾਗਤ ਹੈ ਜੀ। ਅੱਛਾ ਜੀ, ਕਿਡਨੀ ਦੀ ਆਪਾਂ ਗੱਲ ਕਰ ਰਹੇ ਸੀਗੇ ਕਿ ਕਿਡਨੀ ਜਿਹੜੀ ਹੈ ਕਾਫੀ ਜ਼ਿਆਦਾ ਜ਼ਰੂਰੀ, ਬਹੁਤ ਜ਼ਰੂਰੀ, ਆਮ ਤੌਰ 'ਤੇ ਧਿਆਨ ਇਹਦਾ ਨਹੀਂ ਦਿੱਤਾ ਜਾਂਦਾ, ਤੇ ਤੁਸੀਂ ਇਹਦੇ ਲੱਛਣ ਦੱਸੇ ਸੀਗੇ ਵੀ ਖਾਸ ਤੌਰ 'ਤੇ ਬਲੱਡ ਪ੍ਰੈਸ਼ਰ ਰਹਿੰਦਾ ਹੋਵੇ ਜਾਂ ਫਿਰ ਕੋਈ ਹੋਰ ਪ੍ਰੋਬਲਮ ਜਿਹੜੀ ਹੈਗੀ ਆ ਰਹਿੰਦੀ ਹੈ, ਉਹ ਮੈਂ ਦੱਸਿਆ ਸੀਗਾ। ਤੇ ਹੋਰ ਕੋਈ ਲੱਛਣ ਜਿਹੜਾ ਲੱਗਦਾ ਹੋਵੇ ਜੀ ਬੰਦੇ ਨੂੰ ਮਹਿਸੂਸ ਹੁੰਦਾ ਹੋਵੇ, ਥਕਾਵਟ ਵਗੈਰਾ ਤੁਸੀਂ ਦੱਸੀ ਸੀਗੀ, ਕੋਈ ਹੋਰ ਕੋਈ ਭੁੱਖ ਵਗੈਰਾ ਦਾ ਹੋਵੇ ਕੁਛ? ਜੱਗੀ ਜੀ, ਆਪਾਂ ਜਦੋਂ ਕਿਡਨੀਜ਼ ਦੀ ਗੱਲ ਕਰ ਰਹੇ ਹਾਂ, ਦੇਖੋ ਲੱਛਣ, ਕਿਉਂਕਿ ਕਿਡਨੀ ਬਹੁਤ ਘੱਟ ਦਿੰਦੀ ਹੈ। ਮੈਂ ਜਿਸ ਤਰ੍ਹਾਂ ਇੱਕ ਹੁਣੇ ਆਪਾਂ ਗੱਲ ਕੀਤੀ ਕਿ ਵੀ ਆਪਾਂ ਇੱਕ ਵਾਰੀ ਮਹੀਨੇ 'ਚ ਇੱਕ ਦਿਨ ਐਸਾ ਜ਼ਰੂਰ ਰੱਖਣਾ ਜਦੋਂ ਆਪਾਂ ਆਪਣਾ ਯੂਰਿਨ ਮਾਪਣਾ ਕਿੰਨਾ ਆ ਰਿਹਾ ਹੈ। ਔਰ ਜਦੋਂ ਮੈਂ ਯੂਰਿਨ ਦੀ ਤੁਹਾਡੇ ਨਾਲ ਗੱਲ ਕੀਤੀ ਸੀ, ਉਹ ਯੂਰਿਨ ਮੈਂ ਅਪਰੋਕਸੀਮੇਟ ਦੱਸਿਆ ਕਿ ਅਗਰ ਇੱਕ ਬੰਦਾ 24 ਘੰਟਿਆਂ 'ਚ 2 ਲੀਟਰ ਤੋਂ ਲੈ ਕੇ 2500 ml ਲਿਕੁਇਡ ਲੈਂਦਾ ਹੋਵੇ ਤੇ ਉਹਦਾ ਯੂਰਿਨ ਇੰਨਾ ਹੋਣਾ ਚਾਹੀਦਾ ਵਾ। ਜਦੋਂ ਆਪਾਂ ਲਿਕੁਇਡ ਦੀ ਗੱਲ ਕਰ ਰਹੇ ਹਾਂ ਤੇ ਲਿਕੁਇਡ 'ਚ ਸਭ ਕੁਝ ਹੀ ਆ ਜਾਂਦਾ ਹੈ। ਅਗਰ ਆਪਾਂ ਸਬਜ਼ੀ ਵੀ ਖਾ ਰਹੇ ਹਾਂ ਤਾਂ ਰਸਾ ਵੀ ਲਿਕੁਇਡ ਹੀ ਹੈ, ਉਹਨੂੰ ਵੀ ਆਪਾਂ ਇੱਕ ਆਈਡੀਆ ਰੱਖਣਾ ਵਾ। ਔਰ ਐਸੇ ਕਰਕੇ ਜਦੋਂ ਆਪਾਂ ਨੋਰਮਲ ਆਪਣੇ ਟੈਸਟ ਕਰਵਾਣੇ, ਦੇਖੋ ਆਪਾਂ ਆਮ ਤੌਰ ਤੇ ਅੱਜ ਕੱਲ੍ਹ ਨਾ ਕਾਫੀ ਸੁਚੇਤ ਹੋ ਗਈ ਹੈ ਜਨਤਾ ਸਾਰੀ ਕਿ ਆਪਣੇ ਵੈਲ ਬੀਇੰਗ ਵਾਸਤੇ ਆਪਾਂ ਰੂਟੀਨ 'ਚ ਟੈਸਟ ਕਰਵਾਉਂਦੇ ਆ ਕਿ ਆਪਾਂ ਆਪਣਾ ਕੋਲੈਸਟਰੋਲ ਕਰਾ ਲੈਂਦੇ ਆ, ਲਿਵਰ ਪ੍ਰੋਫਾਈਲ ਕਰਾ ਲੈਂਦੇ ਆ, ਕਿਡਨੀ ਪ੍ਰੋਫਾਈਲ ਕਰਾ ਲੈਂਦੇ ਆ। ਇੱਕ ਟੈਸਟ ਐਸਾ ਹੈ ਜਿਹੜਾ ਆਪਾਂ ਕਿਡਨੀ ਪ੍ਰੋਫਾਈਲ 'ਚ ਅਕਸਰ ਭੁੱਲ ਜਾਂਦੇ ਆ ਕਰਵਾਉਣਾ। ਔਰ ਉਹ ਟੈਸਟ ਅਗਰ ਟਾਈਮ ਸਿਰ ਬੰਦਾ ਕਰਵਾਉਂਦਾ ਰਹੇ ਤੇ ਕਿਡਨੀ 'ਚ ਅਗਰ ਮਾੜਾ ਜਿਹਾ ਵੀ ਡੈਮੇਜ ਹੋ ਰਿਹਾ ਵਾ ਤੇ ਸਾਨੂੰ ਸਮਾਂ ਰਹਿੰਦੇ ਪਤਾ ਚੱਲ ਜਾਏਗਾ। ਉਸ ਟੈਸਟ ਦਾ ਨਾਮ ਹੈ ਜੀ 24 ਆਵਰ ਯੂਰਿਨਰੀ ਪ੍ਰੋਟੀਨ ਐਕਸਕ੍ਰੀਸ਼ਨ ਟੈਸਟ, ਕਿ 24 ਘੰਟਿਆਂ 'ਚ ਆਪਾਂ ਯੂਰਿਨ ਇਕੱਠਾ ਕਰਨਾ ਹੁੰਦਾ 24 ਘੰਟਿਆਂ ਦਾ ਇੱਕ ਕੈਨ ਅੰਦਰ, ਔਰ ਲੈਬੋਰਟਰੀ ਤੇ ਜਾ ਕੇ ਦੇ ਦੇਣਾ ਹੁੰਦਾ ਟੈਸਟ ਹੋਣ ਵਾਸਤੇ। ਉਹ ਲੈਬ ਹੈ ਚੈੱਕ ਕਰਕੇ ਦਿੰਦੀ ਹੈ ਕਿ 24 ਘੰਟਿਆਂ 'ਚ ਸਾਡੇ ਯੂਰਿਨ ਦੇ ਰਸਤੇ ਕੀ ਸਾਡੇ ਸਰੀਰ 'ਚੋਂ ਪ੍ਰੋਟੀਨ ਲੀਕ ਹੋ ਰਿਹਾ ਵਾ। ਜੇ ਉਹ ਲੀਕ ਹੋ ਰਿਹਾ ਹੈ ਤੇ ਇਹਦਾ ਮਤਲਬ ਹੈ ਕਿਡਨੀ ਦੇ ਅੰਦਰ ਡੈਮੇਜ ਦੀ ਸ਼ੁਰੂਆਤ ਸਾਡੇ ਹੁਣ ਹੋ ਚੁੱਕੀ ਹੈ। ਸਾਨੂੰ ਸੀਰੀਅਸਲੀ ਉਸ ਡੈਮੇਜ ਨੂੰ ਪ੍ਰੀਵੈਂਟ ਕਰਨਾ। ਆਪਾਂ ਲੋਕ ਜਿਹੜਾ ਆਮ ਤੌਰ ਤੇ ਕ੍ਰੈਟਿਨਾਈਨ ਕਰਵਾਉਂਦੇ ਰਹਿੰਦੇ ਆ, ਯੂਰੀਆ ਟੈਸਟ ਕਰਵਾਉਂਦੇ ਰਹਿੰਦੇ ਆ, ਇੰਪੋਰਟੈਂਟ ਨੇ, ਉਹ ਵੀ ਹੈ ਨਹੀਂ ਕਿ ਉਹ ਇੰਪੋਰਟੈਂਟ ਨਹੀਂ ਨੇ, ਲੇਕਿਨ ਅਨਲਕੀਲੀ ਜਿਹੜਾ ਕ੍ਰੈਟਿਨਾਈਨ ਹੈ ਜੀ, ਉਹ ਕ੍ਰੈਟਿਨਾਈਨ ਵਾਲੀ ਨਾਰਮਲ ਵੀ ਹੋਏਗਾ ਨਾ ਬੰਦੇ ਦਾ 1.2 1.4 ਵੀ ਤੇ ਹੋ ਸਕਦਾ ਕਿਡਨੀ ਅੰਦਰੋਂ 40% ਖਰਾਬ ਹੋ ਚੁੱਕੀ ਹੈ। ਇਸ ਕਰਕੇ ਉਹ ਟੈਸਟ ਜਿਹੜਾ ਵਾ 24 ਘੰਟਿਆਂ ਦਾ ਪ੍ਰੋਟੀਨ ਟੈਸਟ ਕਰਵਾਉਣਾ ਉਹ ਬਹੁਤ ਹੀ ਜ਼ਰੂਰੀ ਹੋ ਜਾਂਦਾ ਜੀ। ਨਹੀਂ, ਹੁਣ ਅਸੀਂ ਇਹ ਗੱਲ ਕਰੀਏ ਜੀ ਇੰਡੀਆ ਦੀ, ਉੱਥੇ ਤੇ ਇੱਦਾਂ ਕਰ ਸਕਦੇ ਹਾਂ। ਅਮਰੀਕਾ ਦੀ ਅਗਰ ਅਸੀਂ ਗੱਲ ਕਰਦੇ ਜਾਂ ਕੈਨੇਡਾ ਦੀ ਗੱਲ ਕਰਦੇ, ਇੱਥੇ ਬਕਾਇਦਾ ਅਪਾਇੰਟਮੈਂਟ ਜਿਹੜਾ ਪ੍ਰਾਇਮਰੀ ਡਾਕਟਰ ਅਸੀਂ ਜਿਹਨੂੰ ਕਹਿ ਦਿੰਦੇ ਹਾਂ, ਤੁਹਾਨੂੰ ਤਾਂ ਪਤਾ ਹੀ ਹੈ ਸਾਰਾ, ਪ੍ਰਾਇਮਰੀ ਡਾਕਟਰ ਕਹੇਗਾ, ਪ੍ਰਾਇਮਰੀ ਡਾਕਟਰ ਨੂੰ ਕਹਿਣਾ ਪਏਗਾ ਜੀ ਮੇਰਾ ਟੈਸਟ ਲਿਖੋ, ਚਾਹੇ ਪ੍ਰੋਬਲਮ ਕੋਈ ਹੈ ਚਾਹੇ ਨਹੀਂ ਹੈ, ਫਿਰ ਵੀ ਕਰਵਾ ਲੈਣਾ ਚਾਹੀਦਾ। ਬਿਲਕੁਲ ਕਰਵਾਉਣਾ ਚਾਹੀਦਾ ਜੀ। ਮੇਰੇ ਜਿੰਨੇ ਵੀ US ਦੇ ਪੇਸ਼ੈਂਟਸ ਨੇ, ਕੈਨੇਡਾ ਦੇ ਪੇਸ਼ੈਂਟਸ ਨੇ, ਮੈਂ ਉਹਨਾਂ ਨੂੰ ਖਾਸ ਹਿਦਾਇਤ ਦਿੱਤੀ ਹੁੰਦੀ ਹੈ ਕਿ ਤੁਸੀਂ 6 ਮਹੀਨਿਆਂ 'ਚ ਇੱਕ ਵਾਰੀ ਇਹ ਟੈਸਟ ਜ਼ਰੂਰ ਕਰਾਓ। ਖਾਸ ਤੌਰ ਤੇ ਅਗਰ ਇੱਕ ਬੰਦਾ ਹਾਈਪਰਟੈਂਸਿਵ ਹੈ, ਅਗਰ ਇੱਕ ਬੰਦਾ ਡਾਇਬਟਿਕ ਹੈ, ਅਗਰ ਇੱਕ ਬੰਦਾ ਪੋਲੀਸਿਸਟਿਕ ਕਿਡਨੀ ਡਿਜ਼ੀਜ਼ ਉਹਦੀ ਫੈਮਿਲੀ 'ਚ ਚੱਲਦਾ ਵਾ, ਮਤਲਬ ਅੰਡਰਲਾਈਨ ਕੰਡੀਸ਼ਨਸ ਨੇ ਖਾਸ ਤੌਰ ਤੇ ਜਿਹੜੀਆਂ ਕਿ ਕਿਡਨੀ ਨੂੰ ਕਿਸੇ ਸਟੇਜ ਤੇ ਨੁਕਸਾਨ ਪਹੁੰਚਾ ਸਕਦੀਆਂ ਨੇ, ਉਹਨਾਂ ਵਾਸਤੇ ਤੇ 6 ਮਹੀਨੇ 'ਚ ਇੱਕ ਵਾਰੀ ਇਹ ਟੈਸਟ ਕਰਾਉਣਾ ਕੰਪਲਸ਼ਨ ਹੈ ਜੀ। ਅਗਰ ਉਹ ਨਹੀਂ ਕਰਵਾਉਣਗੇ ਤੇ ਕੱਲ ਨੂੰ ਕੀ ਹੋਏਗਾ, ਜਦੋਂ ਬਹੁਤ ਐਡਵਾਂਸ ਸਟੇਜ ਤੇ ਪਹੁੰਚਣਗੇ ਫਿਰ ਪਤਾ ਚੱਲੇਗਾ, ਜਦਕਿ ਸਮਾਂ ਰਹਿੰਦਾ ਹੀ ਪਤਾ ਚੱਲ ਜਾਵੇ ਤੇ ਬੰਦਾ ਉਹਨੂੰ ਨਾਲ ਦੇ ਨਾਲ ਜਿਹੜਾ ਵਾ ਠੀਕ ਕਰ ਲੈਂਦਾ। ਜੀ ਬਿਲਕੁਲ ਬਿਲਕੁਲ, ਬਹੁਤ ਵਧੀਆ ਇਹ ਗੱਲ ਕੀਤੀ, ਕਿਉਂਕਿ ਇੱਧਰਲੇ ਮੁਲਕਾਂ ਦਾ ਸਿਸਟਮ ਥੋੜ੍ਹਾ ਜਿਹਾ ਇੰਡੀਆ ਨਾਲੋਂ ਫਰਕ ਹੈਗਾ। ਇੱਧਰਲੇ ਮੁਲਕਾਂ ਦੇ ਵਿੱਚ ਜਦੋਂ ਅਸੀਂ ਡਾਕਟਰ ਕੋਲੇ ਜਾਂਦੇ ਹਾਂ ਤਾਂ ਡਾਕਟਰ ਆਪਣੀ ਮਰਜ਼ੀ ਨਾਲ ਹੀ ਟੈਸਟ ਟੁਸਟ ਵਗੈਰਾ ਕਰਾਉਂਦੇ ਨੇ। ਔਰ ਮੈਂ ਜਿਹੜੇ ਦੇਖੇ ਆ ਜੀ ਹੁਣ ਤੱਕ, ਤੇ ਇਹ ਰੈਗੂਲਰ ਟੈਸਟਾਂ ਦੇ ਵਿੱਚ ਇਹ ਟੈਸਟ ਨਹੀਂ ਆਉਂਦਾ। ਇਹਦਾ ਕੀ ਕਾਰਨ ਹੈ? ਰੈਗੂਲਰ ਟੈਸਟ ਜਿਹੜੇ ਹੈਗੇ ਨੇ, ਤੇ ਦੂਜਾ ਸਵਾਲ ਇਹ ਸੀ ਇਹਦੇ ਨਾਲ ਮਿਲਦਾ ਵੀ ਕਿੰਨੀ ਕੁ ਉਮਰ ਦੇ ਬਾਅਦ ਇਹਦੇ ਚਾਂਸ ਹੁੰਦੇ ਆ ਕਿਡਨੀ ਨੂੰ ਡੈਮੇਜ ਹੋਣਾ ਸ਼ੁਰੂ ਹੁੰਦੀ ਹੈ? ਦੇਖੋ ਰੈਗੂਲਰ ਟੈਸਟ ਜੱਗੀ ਜੀ ਇਸ ਕਰਕੇ ਨਹੀਂ ਆਉਂਦਾ ਵਾ ਕਿਉਂਕਿ ਇਹ ਇੱਕ ਇਨਕਨਵੀਨੀਅੰਟ ਟੈਸਟ ਹੈ, ਇੱਕ ਈਜ਼ੀ ਕਰਨ ਵਾਲਾ ਟੈਸਟ ਨਹੀਂ। ਆਪਾਂ ਆਮ ਤੌਰ ਤੇ ਅਗਰ ਈਜ਼ੀ ਕਰਨ ਵਾਲੇ ਟੈਸਟਾਂ ਦੀ ਗੱਲ ਕਰੀਏ, ਗਏ ਉਹਨਾਂ ਨੇ ਸਾਡੇ ਬਲੱਡ ਲਿੱਤਾ, ਬਲੱਡ ਸੈਂਪਲ ਲਿੱਤਾ, ਉਹ 'ਚੋਂ ਕਿੰਨੇ ਟੈਸਟ ਹੋ ਜਾਂਦੇ ਨੇ। ਇਹ ਹੁਣ ਔਖਾ ਟੈਸਟ ਹੈ। ਇੱਕ ਬੰਦਾ ਪੂਰੀ ਕੈਨ ਦੇ ਅੰਦਰ 24 ਘੰਟੇ ਯੂਰੀਨੇਟ ਕਰਦਾ ਰਹੇਗਾ, ਆਪਣਾ ਯੂਰੀਨ ਕਲੈਕਟ ਕਰਦਾ ਰਹੇਗਾ, 24 ਆਵਰਸ ਦਾ ਯੂਰਿਨ ਕਲੈਕਟ ਕਰੇਗਾ, ਫਿਰ ਜਾ ਕੇ ਸੈਂਪਲ ਦੇ ਪਾਏਗਾ। ਇਹਦੀ ਇਨਕਨਵੀਨੀਅੰਸ ਕਰਕੇ ਜਿਹੜਾ ਵਾ ਜਿਹੜੇ ਡਾਕਟਰਸ ਨੇ ਕਈ ਨੂੰ ਨਹੀਂ ਲਿਖਦੇ, ਬਟ ਅਦਰਵਾਈਜ਼ ਇਟ ਇਜ਼ ਅ ਵੈਰੀ ਇੰਪੋਰਟੈਂਟ ਟੈਸਟ। ਮੇਰੇ ਜਿੰਨੇ ਵੀ ਪੇਸ਼ੈਂਟਸ ਖੁਦ ਡਾਕਟਰ ਨੂੰ ਰਿਕੁਐਸਟ ਕਰਦੇ ਨੇ ਆਪਣੇ, ਤੇ ਡਾਕਟਰਸ ਉਹਨਾਂ ਨੂੰ ਲਿਖ ਵੀ ਦਿੰਦੇ ਨੇ। ਔਰ ਇਹ ਟੈਸਟ ਹੁੰਦਾ ਵਾ US 'ਚ ਵੀ ਹੁੰਦਾ ਵਾ, ਕੈਨੇਡਾ 'ਚ ਵੀ ਹੁੰਦਾ, ਪੇਸ਼ੈਂਟਸ ਇਹਨੂੰ ਕਰਕੇ ਭੇਜਦੇ ਵੀ ਨੇ, ਤੇ ਇਹਦਾ ਕੋਈ ਨੁਕਸਾਨ ਨਹੀਂ, ਮਤਲਬ ਕਰਵਾਉਣਾ ਚਾਹੀਦਾ ਟੈਸਟ ਰੈਗੂਲਰਲੀ।
ਔਰ ਏਜ ਦੀ ਤੁਸੀਂ ਗੱਲ ਕੀਤੀ ਕਿ ਕਿਸ ਏਜ 'ਚ ਜਾ ਕੇ ਕਿਡਨੀ ਡੈਮੇਜ ਹੁੰਦਾ ਜੀ। ਮੈਂ ਅਗਰ ਮੇਰੇ ਕੋਲ ਆਉਣ ਵਾਲੇ ਪੇਸ਼ੈਂਟਸ ਦੀ ਗੱਲ ਕਰਾਂ ਜੱਗੀ ਜੀ, ਤੇ ਮੇਰੇ ਕੋਲ 21 ਸਾਲ ਦੇ ਬੱਚੇ ਵੀ ਨੇ ਜਿਨ੍ਹਾਂ ਦੀ ਕਿਡਨੀਆਂ ਡੈਮੇਜ ਨੇ, ਤੇ ਮੇਰੇ ਕੋਲ 70 ਸਾਲ ਦੇ ਬਜ਼ੁਰਗ ਵੀ ਨੇ ਜਿਨ੍ਹਾਂ ਦੀ ਕਿਡਨੀ ਡੈਮੇਜ ਹੋਣ। ਬੱਚਿਆਂ 'ਚ ਬਹੁਤ ਹੀ ਦੁੱਖ ਹੁੰਦਾ ਵਾ ਕਿ ਬੰਦਾ ਹਾਲੀ ਜ਼ਿੰਦਗੀ 'ਚ ਆਇਆ ਹੋਇਆ ਹੈ ਔਰ ਐਸੇ ਬੱਚੇ ਆ ਜਾਂਦੇ ਨੇ ਜੱਗੀ ਜੀ। ਹੁਣ ਪਿੱਛੇ ਮੇਰੇ ਕੋਲ ਪੇਸ਼ੈਂਟ ਸੀ ਤੇ ਦਿੱਲੀ ਤੋਂ ਟਰੈਵਲ ਕਰਕੇ ਬੱਚਾ ਨਾਲ ਆਪਣਾ ਲੈ ਕੇ ਆਏ ਸੀ, 4 ਸਾਲ ਦਾ ਬੱਚਾ ਸੀ। 4 ਸਾਲ ਦੇ ਕਰਕੇ ਐਲੋਪੈਥਿਕ ਡਾਕਟਰਾਂ ਨੇ ਕਹਿਤਾ ਸੀ ਕਿ ਇਹਦਾ ਡਾਇਲਿਸਿਸ ਨਹੀਂ ਹੋ ਸਕਦਾ। ਔਰ ਮੈਨੂੰ ਪਤਾ ਸੀ ਕਿ ਮੇਰੀ ਦਵਾਈਆਂ ਉਹ ਖਾ ਹੀ ਨਹੀਂ ਸਕਦਾ। ਹੁਣ ਜੇ ਤੇ ਬੱਚਾ ਉਹ ਇੰਨਾ ਕ੍ਰਿਟੀਕਲੀ ਇਲ ਬੱਚਾ ਸੀ, ਸਾਹ ਵੀ ਨਹੀਂ ਸੀ ਉਹਨੂੰ ਆ ਰਿਹਾ, ਕਿਉਂਕਿ ਦੇਖੋ ਆਪਾਂ ਇਹ ਕਹਿ ਦਿੰਦੇ ਆ ਕਿ ਆਯੁਰਵੇਦ ਠੀਕ ਕਰ ਸਕਦਾ ਔਰ ਡੈਫੀਨਿਟਲੀ ਕਰ ਸਕਦਾ ਵਾ, ਲੇਕਿਨ ਆਯੁਰਵੇਦ 'ਚ ਵੀ ਤੇ ਇਹ ਕਿਹਾ ਗਿਆ ਵਾ ਕਿ ਕੁਝ ਰੋਗ ਜਿਹੜੇ ਨੇ ਸਾਧੇ ਨੇ, ਕੁਝ ਕ੍ਰਿਚ ਸਾਧੇ ਨੇ ਤੇ ਕੁਝ ਅਸਾਧੇ ਵੀ ਨੇ। ਇੱਕ ਸਟੇਜ ਤੋਂ ਬਾਅਦ ਅਗਰ ਆਪਾਂ ਰੋਗ ਨੂੰ ਬਹੁਤ ਲੇਟ ਕਰ ਦੇਵਾਂਗੇ ਤੇ ਕੋਈ ਐਸਾ ਆਯੁਰਵੈਦਿਕ ਡਾਕਟਰ ਜਿਹਦਾ ਮਕਸਦ ਸਿਰਫ ਦਵਾਈਆਂ ਵੇਚਣਾ ਹੀ ਹੈ, ਉਹ ਕਹਿ ਸਕਦਾ ਵਾ ਜੀ ਮੇਰੀ ਦਵਾਈਆਂ ਨਾਲ ਠੀਕ ਹੋ ਜਾਏਗਾ। ਅਗਰ ਇੱਕ ਜੈਨੂਇਨ ਆਯੁਰਵੈਦਿਕ ਡਾਕਟਰ ਹੋਏਗਾ ਤੇ ਉਹ ਕਹੇਗਾ ਨਹੀਂ ਸਰ ਹੁਣ ਤੁਸੀਂ ਬਹੁਤ ਲੇਟ ਕਰ ਦਿੱਤਾ। ਮਤਲਬ ਇਸ ਕਰਕੇ ਆਯੁਰਵੇਦ ਠੀਕ ਕਰ ਸਕਦਾ ਵਾ, ਲੇਕਿਨ ਜਦੋਂ ਆਯੁਰਵੇਦ ਦਾ ਵੀ ਟਾਈਮ ਹੁੰਦਾ ਸੀ ਇਕੱਲਾ ਤੋਂ ਇਹ ਥੋੜਾ ਕਿ ਕੋਈ ਬਿਮਾਰ ਹੋ ਕੇ ਇਸ ਦੁਨੀਆ ਤੋਂ ਜਾਂਦਾ ਹੀ ਨਹੀਂ ਸੀ। ਇਸ ਕਰਕੇ ਆਯੁਰਵੇਦ 'ਚ ਬਹੁਤ ਕੁਝ ਛੁਪਿਆ ਵਾ, ਲੇਕਿਨ ਇੱਕ ਸਟੇਜ ਤੱਕ, ਇੱਕ ਸਟੇਜ ਅਗਰ ਆਪਾਂ ਪਾਰ ਕਰਤੀ, ਅਗਰ ਸਮੇਂ ਰਹਿੰਦੇ ਆਪਾਂ ਚੀਜ਼ ਨਾ ਕੀਤੀ, ਫਿਰ ਉਹ ਸਟੇਜ ਨਿਕਲ ਜਾਂਦੀ, ਫਿਰ ਆਯੁਰਵੇਦ ਤੋਂ ਵੀ ਪਰੇ ਹੋ ਜਾਂਦੀ ਹੈ ਜੀ ਚੀਜ਼ ਜੀ। ਤੇ ਇਹ 4 ਸਾਲ ਦੇ ਬੱਚੇ ਨੂੰ ਕੀ ਕਾਰਨ ਹੋ ਸਕਦਾ ਡਾਕਟਰ ਸਾਹਿਬ, ਜਿਵੇਂ ਅਸੀਂ ਕਹਿੰਦੇ ਉਹਨਾਂ ਦੀ ਜੀ ਨੈਫਰੋਟਿਕ ਸਿੰਡਰੋਮ ਇੱਕ ਬੜਾ ਹੀ ਕਾਮਨ ਕਾਜ਼ ਹੈ ਬੱਚਿਆਂ ਦੇ ਅੰਦਰ ਕਿਡਨੀ ਡੈਮੇਜ ਹੋਣ ਦਾ। ਸਾਡਾ ਜਿਹੜਾ ਇਮਿਊਨ ਸਿਸਟਮ ਹੈ, ਜਿਹੜੀ ਸਾਡੀ ਰੋਗ ਪ੍ਰਤੀਰੋਧਕ ਖਮਤਾ ਹੈ, ਜਿਹਦਾ ਕੰਮ ਹੈ ਕਿ ਬਾਹਰੋਂ ਆਉਣ ਵਾਲੀਆਂ ਇਨਫੈਕਸ਼ਨਾਂ ਨਾਲ ਲੜਨਾ, ਅਨਲਕੀਲੀ ਕਈ ਵਾਰੀ ਉਹ ਜਿਹੜਾ ਇਮਿਊਨ ਸਿਸਟਮ ਹੈ ਉਹ ਆਪਣੀ ਕਿਡਨੀਆਂ ਤੇ ਅਟੈਕ ਕਰ ਦਿੰਦਾ। ਉਹ ਜਦੋਂ ਆਪਣੀ ਕਿਡਨੀਆਂ ਤੇ ਅਟੈਕ ਕਰ ਦਿੰਦਾ ਵਾ ਤਾਂ ਛੋਟੇ ਬੱਚੇ ਹੁੰਦੇ ਆ ਜੀ, ਉਹਨਾਂ ਦੀ ਕਿਡਨੀ ਪਹਿਲੇ ਸੁੱਜ ਜਾਂਦੀ ਹੈ, ਨੈਫਰੋਟਿਕ ਸਿੰਡਰੋਮ ਹੋ ਜਾਂਦਾ ਵਾ। ਐਲੋਪੈਥਿਕਲੀ ਉਹਦਾ ਇੱਕੋ ਇਲਾਜ ਹੈ ਕਿ ਐਲੋਪੈਥੀ 'ਚ ਉਹਨਾਂ ਨੂੰ ਸਟੀਰੋਇਡਸ ਦਿੱਤੇ ਜਾਂਦੇ ਨੇ ਉਹ ਸੂਜਨ ਨੂੰ ਘਟਾਉਣ ਵਾਸਤੇ। ਕੁਝ ਬੱਚੇ ਉਹਨੂੰ ਚੰਗਾ ਰਿਸਪੌਂਡ ਕਰਦੇ ਨੇ, ਉਹਨਾਂ ਨੂੰ ਰਿਕਵਰੀ ਮਿਲਦੀ ਹੈ, ਬਟ ਅਨਲਕੀਲੀ ਕੁਝ ਬੱਚੇ ਬਿਲਕੁਲ ਵੀ ਰਿਸਪੌਂਡ ਨਹੀਂ ਕਰਦੇ ਤੇ ਉਹਨਾਂ ਦੀ ਕਿਡਨੀਜ਼ ਹੋਰ ਡੈਮੇਜ ਹੋ ਜਾਂਦੀਆਂ ਤੇ ਉਹ ਇੱਕ ਕਾਰਨ ਬਣਦਾ ਜੀ ਕਿਡਨੀ ਫੇਲੀਅਰ ਦਾ, ਬਹੁਤ ਕਾਮਨ ਕਾਰਨ ਹੈ। ਦੂਜਾ ਕਾਰਨ ਹੈ ਆਬਸਟਰਕਟਿਵ ਪੈਥੋਲੋਜੀ। ਕੁਝ ਬੱਚਿਆਂ 'ਚ ਪੈਦਾਇਸ਼ੀ ਤੌਰ ਤੇ ਕੀ ਹੁੰਦਾ ਹੈ ਕਿ ਜਿਹੜੀ ਕਿਡਨੀ ਹੈ, ਕਿਡਨੀ ਨੂੰ ਜਿਹੜੀਆਂ ਬਲੱਡ ਵੈਸਲਸ ਅੱਗੇ ਯੂਰਿਨ ਲੈ ਕੇ ਜਾ ਰਹੀਆਂ ਨੇ ਕਿਡਨੀ ਤੋਂ ਅੱਗੇ ਬਲੈਡਰ ਅੰਦਰ, ਉਹ ਬਲੱਡ ਵੈਸਲਸ ਜਿਹੜੀਆਂ ਨੇ ਜਾਂ ਤੇ ਪ੍ਰੋਪਰ ਡਿਵੈਲਪ ਨਹੀਂ ਹੋਈਆਂ ਹੁੰਦੀਆਂ ਜਾਂ ਉਹ ਬੜੀਆਂ ਲੈਕਸ ਹੁੰਦੀਆਂ ਨੇ, ਤੇ ਜਿਹੜਾ ਪਿਸ਼ਾਬ ਦਾ ਪ੍ਰੈਸ਼ਰ ਹੈ ਉਹ ਬਾਹਰ ਜਾਣ ਦੀ ਜਗ੍ਹਾ ਤੇ ਪਿੱਛੇ ਨੂੰ ਕਿਡਨੀਆਂ ਵੱਲ ਪੈਂਦਾ, ਕਿਡਨੀਆਂ ਸੁੱਜ ਜਾਂਦੀਆਂ ਨੇ ਤੇ ਕਿਡਨੀਆਂ ਖਰਾਬ ਹੋ ਜਾਂਦੀਆਂ। ਬੜਾ 2 ਮੇਜਰ ਕਾਰਨ ਨੇ ਜੀ, ਬੜੇ ਬੱਚੇ ਦੇ ਕਰਕੇ ਆਪਣੀ ਕਿਡਨੀਜ਼ ਖਰਾਬ ਕਰ ਪੈਂਦੇ ਨੇ। ਤੇ ਇੱਕ ਸਵਾਲ ਇਹ ਹੈਗਾ ਕਿ 24 ਘੰਟੇ ਦੀ ਤੁਸੀਂ ਗੱਲ ਕੀਤੀ ਹੈ ਤਾਂ ਖਾਸ ਟਾਈਮ 12 ਤੋਂ 12 ਜਾਂ ਸਵੇਰੇ 9 ਤੋਂ 9 ਜਾਂ ਰੱਖ ਕੇ 24 ਘੰਟੇ ਨੂੰ ਅਸੀਂ ਕਿਹਨੂੰ ਮੰਨਦੇ ਹਾਂ? ਕੋਈ ਪ੍ਰੋਬਲਮ ਨਹੀਂ ਜੀ, ਜਦੋਂ ਮਰਜ਼ੀ ਸ਼ੁਰੂ ਕਰਕੇ ਜਦੋਂ ਮਰਜ਼ੀ ਤੱਕ ਕਰ ਸਕਦੇ, ਲੇਕਿਨ ਟੋਟਲ 24 ਆਵਰਸ ਦਾ ਪ੍ਰੋਟੀਨ ਚੈੱਕ ਕਰਨਾ ਹੈ। ਕਿਉਂਕਿ ਹੁੰਦਾ ਕੀ ਹੈ ਜੀ, ਆਮ ਤੌਰ ਤੇ ਜਦੋਂ ਆਪਾਂ ਯੂਰਿਨ ਟੈਸਟ ਦੇਣ ਜਾਂਦੇ ਹਾਂ ਨਾ ਤਾਂ ਸਾਰੇ ਸਾਨੂੰ ਕਹਿੰਦੇ ਜੀ ਸਵੇਰ ਦਾ ਸਭ ਤੋਂ ਪਹਿਲਾਂ ਪਿਸ਼ਾਬ ਤੁਸੀਂ ਦੇਣਾ ਵਾ, ਆਮ ਤੌਰ ਤੇ ਇਹ ਕਹਿ ਦਿੰਦੇ ਨੇ। ਲੇਕਿਨ ਪ੍ਰੋਟੀਨ ਇੱਕ ਐਸੀ ਚੀਜ਼ ਹੈ ਜਿਹੜੀ ਦਿਨ 'ਚ ਅਗਰ ਆਪਾਂ 5 ਵਾਰੀ ਯੂਰੀਨੇਟ ਕਰਾਂਗੇ ਤੇ 5 ਵਾਰੀ ਅਲੱਗ-ਅਲੱਗ ਯੂਰਿਨ 'ਚ ਪ੍ਰੋਟੀਨ ਆਏਗਾ, ਤੇ ਹੋ ਸਕਦਾ ਬਿਲਕੁਲ ਵੀ ਨਾ ਆਏ। ਅਗਰ ਇੱਕ ਬੰਦਾ ਪ੍ਰੋਬਲਮ ਵਿੱਚ 5 ਵਾਰੀ ਅਲੱਗ-ਅਲੱਗ ਆਏਗਾ ਤੇ ਜ਼ਰੂਰੀ ਹੋ ਜਾਂਦਾ ਹੈ ਕਿ ਜਿੰਨੇ ਵਜੇ ਮਰਜ਼ੀ ਸ਼ੁਰੂ ਕਰਕੇ ਜਿੰਨੇ ਵਜੇ ਤੱਕ ਮਰਜ਼ੀ ਕਰੀਏ, ਲੇਕਿਨ 24 ਆਵਰਸ ਦਾ ਉਹ ਕੰਪਲੀਟ ਜਿਹੜਾ ਯੂਰਿਨ ਸੈਂਪਲ ਹੈ ਉਹ ਕਲੈਕਟ ਹੋਣਾ ਚਾਹੀਦਾ ਜੀ। ਡਾਕਟਰ ਸਾਹਿਬ ਇੱਕ ਬ੍ਰੇਕ ਹੋਰ ਲੈਣੀ ਪੈਗੀ ਜੀ, ਬ੍ਰੇਕ ਤੋਂ ਬਾਅਦ ਫਿਰ ਅਸੀਂ ਤੁਹਾਡੇ ਨਾਲ ਜੁੜਾਂਗੇ ਜੀ, ਗੱਲਬਾਤ ਕਰਾਂਗੇ। ਤੇ ਨਾਲ ਦੀ ਨਾਲ ਸਾਡੇ ਦਰਸ਼ਕ ਜਿਹੜੇ ਹੈਗੇ ਨੇ ਉਹ ਵੀ ਮੈਂ ਬੇਨਤੀ ਕਰਾਂ ਕਿ ਕਾਲ ਕਰ ਸਕਦੇ ਹੋ 718 786 52 23 ਸਾਡੇ ਕੈਲੀਫੋਰਨੀਆ ਸਟੂਡੀਓ ਨੰਬਰ ਹੈਗਾ। ਡਾਕਟਰ ਸਾਹਿਬ ਦੇ ਨੰਬਰ ਜਿਹੜੇ ਹੈਗੇ ਨੇ 888 624 59 25 ਟੋਲ ਫ੍ਰੀ ਨੰਬਰ ਹੈ, ਦੁਨੀਆ ਦੇ ਕਿਸੇ ਵੀ ਕੋਨੇ ਤੋਂ ਕਰ ਸਕਦੇ ਹੋ, ਫ੍ਰੀ ਨੰਬਰ। ਤੇ ਅਮਰੀਕਾ ਦੇ ਸਾਡੇ ਬਹੁਤ ਸਾਰੇ ਦਰਸ਼ਕ ਪੁੱਛਦੇ ਨੇ ਜੀ ਅਮਰੀਕਾ ਦਾ ਨੰਬਰ ਵੀ ਦੇ ਦਿਓ, ਤੇ ਉਹ ਵੀ ਸਕਰੀਨ ਤੇ ਵੈਸੇ ਆ ਰਿਹਾ, ਮੈਂ ਬੋਲ ਵੀ ਦਿੰਦਾ 407 777 ਤੇ 0062 ਨੰਬਰ। ਤੇ ਹੁਣ ਤੁਸੀਂ ਸਵਾਲ ਜਿਹੜਾ ਹੈਗਾ ਡਾਕਟਰ ਸਾਹਿਬ ਨੂੰ ਸਟੂਡੀਓ ਦੇ ਵਿੱਚ ਕਾਲ ਕਰਕੇ ਕਰ ਸਕਦੇ ਹੋ। ਦੇਖਦੇ ਰਹੋ ਜਸ ਪੰਜਾਬੀ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। New Credit Repair, Legend Transportation Incorporated, Zender Mortgage and Real Estate Incorporated, Soliva Solar System, Compass Funding Solutions, Transportation Funding and Financing, ਕੋਲੀਆ ਟਰੱਕ ਡਰਾਈਵਿੰਗ ਸਕੂਲ ਫ੍ਰੈਸਨੋ, ਸਾਰੀਆਂ ਸਹੂਲਤਾਂ ਨਾਲ ਭਰਪੂਰ ਇੱਕੋ ਜਗ੍ਹਾ। ਕੰਟੈਕਟ ਕਰੋ ਸੁਰਜੀਤ ਕੋਲੀਆ। ਹਾਜ਼ਰ ਜੀ ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੇ ਡਾਕਟਰ ਨਵਦੀਪ ਸ਼ਰਮਾ ਜੀ ਜੋ ਕਿ ਆਯੁਰਵੇਦ ਦੇ ਮਾਹਰ ਨੇ, ਉਹ ਅੱਜ ਸਾਨੂੰ ਸਿਹਤ ਬਾਰੇ ਗੱਲ ਦੱਸ ਰਹੇ ਨੇ। ਸਿਹਤ ਦੀ ਵੀ ਗੱਲ ਉਹ ਜਿਹਦਾ ਅਸੀਂ ਕਦੇ ਧਿਆਨ ਨਹੀਂ ਦਿੰਦੇ, ਕਹਿਣ ਤੋਂ ਭਾਵ ਕਿਡਨੀ ਦੀ ਗੱਲ ਉਹ ਕਰਦੇ ਨੇ, ਕਿਡਨੀ ਦੀ ਸਾਂਭ ਸੰਭਾਲ, ਕਿਡਨੀ ਦਾ ਧਿਆਨ ਕਿਵੇਂ ਰੱਖ ਸਕਦੇ ਹਾਂ। ਵਰਲਡ ਕਿਡਨੀ ਡੇ ਹੈ 11 ਮਾਰਚ ਨੂੰ, ਇਸ ਕਰਕੇ ਅਸੀਂ ਅੱਜ ਕਿਡਨੀ ਦੀ ਗੱਲ ਕਰ ਰਹੇ ਹਾਂ। ਤੁਸੀਂ ਵੀ ਕਾਲ ਕਰਕੇ ਕੋਈ ਗੱਲ ਕਰਨੀ ਚਾਹੁੰਦੇ ਹੋ ਕਰ ਸਕਦੇ ਹੋ।
ਜੀ ਡਾਕਟਰ ਸਾਹਿਬ ਸਵਾਗਤ ਹੈ ਜੀ ਤੁਹਾਡਾ। ਤੇ ਫਿਰ ਆਪਾਂ ਕਾਲਾਂ ਦਾ ਇੱਕ ਦਾ ਸ਼ੁਰੂ ਕਰ ਲਈਏ ਜੀ ਜੀ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਨ 에ਅਰ ਹੋ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ 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 ਬੋਲੋ ਜੀ। ਹਾਂਜੀ ਹਾਂਜੀ ਡਾਕਟਰ ਸਾਹਿਬ, ਮੇਰਾ ਕੁਐਸਚਨ ਇਹ ਹੈ ਕਿ ਜਿਹਨੂੰ ਜੌਂਡਿਸ ਦੀ ਪ੍ਰੋਬਲਮ ਹੈ ਉਹ ਕਿਡਨੀਆਂ ਨਾਲ ਕਿੱਦਾਂ ਕਨੈਕਟਡ ਹੁੰਦਾ ਹੈ? ਜੀ ਸਰ, ਆਪਾਂ ਜੌਂਡਿਸ ਦੀ ਜਦੋਂ ਗੱਲ ਕਰਦੇ ਹਾਂ, ਦੇਖੋ ਬਿਲੀਰੂਬਿਨ ਵੱਧ ਜਾਂਦਾ ਵਾ ਜੌਂਡਿਸ ਦੇ ਅੰਦਰ, ਔਰ ਅਗਰ ਤੇ ਬਿਲੀਰੂਬਿਨ ਥੋੜਾ ਵਧਿਆ ਹੋਇਆ ਹੈ, ਬਹੁਤ ਨਹੀਂ ਵਧਿਆ, ਮੰਨ ਲਓ 2.1 ਹੈ, 4 ਤਿਕਨ ਹੈ, 4 ਤੋਂ ਥੱਲੇ ਹੈ, ਉਸ ਕੇਸ ਦੇ ਅੰਦਰ ਜੌਂਡਿਸ ਦੇ ਅੰਦਰ ਕਿਡਨੀਜ਼ ਨੂੰ ਕੋਈ ਬਹੁਤ ਵੱਡੀ ਪ੍ਰੋਬਲਮ ਨਹੀਂ ਆਏਗੀ, ਕਿਡਨੀਜ਼ ਨਾਰਮਲ ਹੀ ਰਹਿਣਗੀਆਂ। ਹਾਂ ਡੈਫੀਨੇਟਲੀ ਇਹ ਜ਼ਰੂਰ ਹੈ ਕਿ ਅਗਰ ਜੌਂਡਿਸ ਹੋਏਗਾ, ਜੌਂਡਿਸ ਹੋਣ ਦੇ ਉੱਪਰ ਬਿਲੀਰੂਬਿਨ ਲੈਵਲ ਵਧੇਗਾ ਤਾਂ ਜਿਹੜਾ ਸਾਡਾ ਯੂਰਿਨ ਹੈ, ਯੂਰਿਨ ਦੇ ਅੰਦਰ ਬਿਲੀਰੂਬਿਨ ਜ਼ਿਆਦਾ ਆਏਗਾ। ਯੂਰਿਨ ਜਿਹੜਾ ਵਾ ਅਦਰਵਾਈਜ਼ ਪੇਲ ਯੈਲੋ ਹੁੰਦਾ ਸਾਡਾ, ਉਹ ਡਾਰਕ ਯੈਲੋ ਹੋ ਜਾਏਗਾ, ਈਵਨ ਹਲਦੀ ਦੇ ਰੰਗ ਦਾ ਹੋ ਜਾਵੇਗਾ। ਬਟ ਅਗਰ ਬਿਲੀਰੂਬਿਨ ਲੈਵਲ ਬਹੁਤ ਵੱਧ ਗਿਆ, ਮੰਨ ਲਓ 5 ਤੋਂ ਉੱਪਰ ਜਾਣਾ ਸ਼ੁਰੂ ਹੋ ਗਿਆ ਹੈ, ਆਬਸਟਰਕਟਿਵ ਜੌਂਡਿਸ ਵੀ ਹੈ, ਐਸੀ ਕਿਸੇ ਵੀ ਕੇਸ ਦੇ ਅੰਦਰ ਅਲੋਂਗ ਵਿਦ ਜਿਹੜਾ ਲਿਵਰ ਹੈ, ਅਗਰ ਆਪਾਂ ਆਯੁਰਵੇਦ ਦੇ ਹਿਸਾਬ ਨਾਲ ਚੱਲੀਏ, ਐਲੋਪੈਥੀ ਤੇ ਕਹੇਗੀ ਜੀ ਕੋਈ ਕੋਰਿਲੇਸ਼ਨ ਨਹੀਂ ਹੈ, ਆਯੁਰਵੇਦ ਦੇ ਹਿਸਾਬ ਨਾਲ ਚੱਲੀਏ ਤੇ ਕਿਉਂਕਿ ਪਿੱਤ ਜਦੋਂ ਸਰੀਰ 'ਚ ਵੱਧ ਜਾਂਦਾ ਵਾ ਤੇ ਜੌਂਡਿਸ ਹੁੰਦਾ, ਤੇ ਪਿੱਤ ਦੇ ਵਧਣ ਕਰਕੇ ਹੀ ਕਿਡਨੀਆਂ ਵੀ ਡੈਮੇਜ ਹੁੰਦੀਆਂ ਹੈ। ਜਦੋਂ ਜੌਂਡਿਸ 5 ਤੋਂ ਉੱਪਰ ਜਾਣਾ ਸ਼ੁਰੂ ਹੋ ਜਾਏ, ਅਗਰ ਉਹ ਪ੍ਰੋਲੋਂਗ ਹੁੰਦਾ ਵਾ ਤੇ ਜਿਹੜੇ ਸਾਡੇ ਨੈਫਰੋਨਸ ਨੇ ਕੰਸਿਸਟੈਂਟਲੀ ਜ਼ਿਆਦਾ ਪਿੱਤ ਦੇ ਜਾਣ ਕਰਕੇ ਉਹ ਨੈਫਰੋਨ ਸੁੱਜਣੇ ਸ਼ੁਰੂ ਹੋ ਜਾਂਦੇ ਨੇ ਤੇ ਨੈਫਰਾਈਟਿਸ ਹੋਣ ਦੇ ਚਾਂਸਸ ਰਹਿੰਦੇ ਜੀ, ਕਿਡਨੀ ਦੇ ਟੈਂਪਰੇਰੀ ਡੈਮੇਜ ਦੇ ਚਾਂਸਸ ਵੱਧ ਜਾਂਦੇ ਨੇ ਜੀ। ਬਹੁਤ ਮਿਹਰਬਾਨੀ ਜੀ। ਤੁਹਾਡਾ ਕੋਈ ਹੋਰ ਸਵਾਲ ਤਾਂ ਨਹੀਂ ਜੀ ਗੈਰੀ ਜੀ? ਹਾਂਜੀ ਹਾਂਜੀ, ਇੱਕ ਸਵਾਲ ਮੇਰਾ ਹੋਰ ਸੀਗਾ ਕਿ ਜਿਹੜੇ ਬੰਦੇ ਰੈਗੂਲਰ ਐਲਕੋਹਲ ਲੈਂਦੇ ਆ, ਜੇ ਤੁਹਾਡੇ ਪਰਿਵਾਰ ਦਾ ਕੋਈ ਮੈਂਬਰ ਹੋਵੇ ਤਾਂ ਉਹ ਉਸ ਨੂੰ ਵੀ ਉਹਦੀ ਕਿਡਨੀ ਬਚਾਉਣ ਲਈ ਜਾਂ ਸਵੇਰ ਨੂੰ ਜ਼ਿਆਦਾ ਕੋਈ ਕਹਿੰਦਾ ਦਹੀਂ ਦੇ ਦਿਓ ਜਾਂ ਉਹਦੇ ਲਈ ਵੀ ਸਪੈਸ਼ਲ ਦਵਾਈ ਹੈ ਤਾਂ ਕਿ ਉਹਦੀਆਂ ਕਿਡਨੀਆਂ ਬਚੀਆਂ ਰਹਿਣ? ਬਹੁਤ ਵਧੀਆ ਸਵਾਲ। ਇਹ ਆਮ ਇਹ ਹੈਗੀ ਸਮੱਸਿਆ, ਇਹ ਅਸੀਂ ਚਾਹੇ ਪੰਜਾਬ ਦੀ ਗੱਲ ਕਰ ਲਈਏ ਚਾਹੇ ਬਾਹਰਲੇ ਮੁਲਕਾਂ ਦੀ ਗੱਲ ਕਰ ਲਈਏ ਜੀ। ਗੈਰੀ ਜੀ ਦੇਖੋ, ਸਭ ਤੋਂ ਕਾਮਨ ਚੀਜ਼ ਜਿਹੜੀ ਸਾਡੇ ਘਰਾਂ 'ਚ ਆਮ ਹੈ ਕਿਡਨੀ ਔਰ ਲੀਵਰ ਦੋਨੋਂ ਵਾਸਤੇ, ਉਹ ਹੈ ਧਨੀਆ। ਚਾਹੇ ਉਹ ਸੁੱਕਾ ਧਨੀਆ ਹੈ ਤੇ ਚਾਹੇ ਉਹ ਗ੍ਰੀਨ ਧਨੀਆ ਹੈ। ਅਗਰ ਆਪਾਂ ਕੋਈ ਵੈਜੀਟੇਬਲ ਜੂਸ ਬਣਾ ਰਹੇ ਹਾਂ ਜਾਂ ਆਪਾਂ ਧਨੀਏ ਦਾ ਹੀ ਜੂਸ ਬਣਾ ਲਈਏ, ਉਹ ਲਿਵਰ ਨੂੰ ਵੀ ਡੀਟੌਕਸੀਫਾਈ ਕਰਦਾ ਵਾ ਤੇ ਕਿਡਨੀ ਨੂੰ ਵੀ ਡੀਟੌਕਸੀਫਾਈ ਕਰਦਾ, ਜੌਂਡਿਸ ਨੂੰ ਵੀ ਘਟਾਉਂਦਾ ਵਾ। ਔਰ ਅਗਰ ਆਪਾਂ ਦਵਾਈ ਦੀ ਗੱਲ ਕਰੀਏ, ਕੁਟਕੀ ਇੱਕ ਐਸੀ ਹਰਬ ਹੈ ਜਿਹੜੀ ਦੋਨੋਂ ਪਾਸੇ ਬਹੁਤ ਫਾਇਦਾ ਕਰਦੀ ਹੈ ਜੀ। ਅਗਰ ਇੱਕ ਬੰਦੇ ਨੂੰ ਲੱਗਦਾ ਵਾ ਕਿ ਉਹਦਾ ਬਿਲੀਰੂਬਿਨ ਲੈਵਲ 2 ਤੋਂ ਉੱਪਰ ਚਲੇ ਗਿਆ ਵਾ, ਇਹਦਾ ਮਤਲਬ ਹੈ ਕਿ ਹੁਣ ਉਸ ਪਰਸਨ ਨੂੰ ਜਿਹੜਾ ਵਾ ਉਹ ਦਵਾਈ ਦੀ ਲੋੜ ਹੈ। ਉਸ ਕੇਸ 'ਚ ਯਕ੍ਰਿਤ ਦੇ ਨਾਮ ਤੋਂ, ਯਕ੍ਰਿਤ ਆਯੁਰਵੇਦ 'ਚ ਲਿਵਰ ਨੂੰ ਕਹਿੰਦੇ ਆ ਜੀ, ਆਪਾਂ ਯਕ੍ਰਿਤ ਦੇ ਨਾਮ ਤੋਂ ਇੱਕ ਕੰਬੀਨੇਸ਼ਨ ਬਣਾਇਆ ਹੋਇਆ ਜਿਹਦੇ ਅੰਦਰ ਭੂਮੀ ਆਂਵਲਾ ਤੋਂ ਬਾਅਦ ਚੋਂ ਮਕੋਏ ਬੜੀ ਦੇਰ ਦਾ ਬੱਚਿਆਂ ਛੋਟਿਆਂ ਦੇ ਦਿੱਤਾ ਜਾਂਦਾ ਸੀ, ਵੰਸ਼ਲੋਚਨ, ਸੌਂਫ, ਇਹ ਜਿਹੀਆਂ ਹਰਬਸ ਜਿਹੜੀਆਂ ਨੇ ਯੂਜ਼ ਕੀਤੀਆਂ ਗਈਆਂ ਨੇ, ਜਿਹੜੀਆਂ ਕਿ ਲਿਵਰ ਔਰ ਕਿਡਨੀ ਦੋਨਾਂ ਨੂੰ ਬੈਨੀਫਿਟ ਦਿੰਦੀਆਂ ਨੇ ਔਰ ਪ੍ਰੋਟੈਕਟਿਡ ਰੱਖਦੀਆਂ ਨੇ। ਬਾਕੀ ਅਗਰ ਕਿਸੇ ਕੋਲ ਮੈਡੀਕੇਸ਼ਨ ਨਹੀਂ ਹੈ ਤੇ ਸੌਂਫ ਤੇ ਦੇਖੋ ਹਰ ਘਰ 'ਚ ਅਵੇਲੇਬਲ ਹੈ ਤੇ ਸੁੱਕਾ ਧਨੀਆ ਹਰ ਘਰ 'ਚ ਅਵੇਲੇਬਲ ਹੈ। ਅਗਰ ਆਪਾਂ ਸੌਂਫ ਔਰ ਸੁੱਕਾ ਧਨੀਆ ਯੂਜ਼ ਕਰਦੇ ਹਾਂ ਤੇ ਕਾਫੀ ਹੱਦ ਤੱਕ ਜਿਹੜਾ ਵਾ ਆਪਾਂ ਆਟੋਮੈਟਿਕਲੀ ਠੀਕ ਰੱਖ ਸਕਦੇ ਹਾਂ ਇਹਨਾਂ ਦੋਨੋਂ ਆਰਗਨਸ ਜੀ। ਬਹੁਤ ਵਧੀਆ ਡਾਕਟਰ ਸਾਹਿਬ, ਤੇ ਥੈਂਕ ਯੂ ਜੀ ਗੈਰੀ ਸਾਹਿਬ ਕਾਲ ਕਰਨ ਵਾਸਤੇ। ਬਾਕੀ ਹੋਰ ਲੰਬੀ ਗੱਲ ਕਰਨੀ ਹੋਵੇ ਡਾਕਟਰ ਸਾਹਿਬ ਦੇ ਫੋਨ ਤੇ ਗੱਲ ਕਰ ਸਕਦੇ ਹੋ। ਹੈਲੋ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਨ 에ਅਰ ਹੋ ਜੀ। ਹੈਲੋ ਸਤਿ ਸ਼੍ਰੀ ਅਕਾਲ, ਮੈਂ ਅਮਰੀਸ਼ ਪੰਨੂ ਬੋਲਦਾ ਕੈਲੀਫੋਰਨੀਆ ਤੋਂ ਜੀ। ਪੰਨੂ ਸਾਹਿਬ ਸਵਾਗਤ ਹੈ ਜੀ। ਬਹੁਤ ਵਧੀਆ ਪ੍ਰੋਗਰਾਮ ਤੁਹਾਡਾ ਚੱਲ ਰਿਹਾ। ਡਾਕਟਰ ਸਾਹਿਬ ਨੂੰ ਪੁੱਛਣਾ ਸੀ ਵੀ ਕਿਹੜਾ ਫੂਡ ਖਾਣਾ ਚਾਹੀਦਾ, ਕਿਹੜਾ ਨਹੀਂ ਖਾਣਾ ਚਾਹੀਦਾ ਕਿਡਨੀ ਦੀ ਵਾਸਤੇ? ਕਿਡਨੀ ਵਾਸਤੇ ਮਤਲਬ ਡਾਈਟ ਕਿਹੜੀ ਤੁਹਾਡੇ ਹਿਸਾਬ ਨਾਲ ਕਹਿਣੀ ਚਾਹੁੰਦੇ ਹੋ? ਡਾਈਟ ਕਿਹੜੀ ਚੰਗੀ ਚੀਜ਼ ਹੈ? ਬਹੁਤ ਬਹੁਤ ਮਿਹਰਬਾਨੀ। ਸਤਿ ਸ਼੍ਰੀ ਅਕਾਲ ਪੰਨੂ ਜੀ। ਸਤਿ ਸ਼੍ਰੀ ਅਕਾਲ ਜੀ। ਔਰ ਬਹੁਤ ਵਧੀਆ ਤੁਸੀਂ ਕੁਐਸਚਨ ਪੁੱਛਿਆ ਜੀ। ਦੇਖੀਏ, ਡੈਫੀਨੇਟਲੀ ਡਾਈਟ ਦਾ ਬੜਾ ਵੱਡਾ ਰੋਲ ਹੈ ਜੀ। ਔਰ ਮੈਂ ਮੋਟੀਆਂ ਜਿਹੜੀਆਂ ਪੰਜਾਬੀ 'ਚ ਆਪਣੀਆਂ ਸਬਜ਼ੀਆਂ ਦੱਸ ਦਿੰਦਾ ਵਾਂ ਜਿਹੜੀਆਂ ਕਿ ਕਿਡਨੀ ਵਾਸਤੇ ਬਹੁਤ ਲਾਭਕਾਰੀ ਨੇ ਜੀ। ਘੀਆ ਤੋਰੀ, ਟੀਂਡੇ, ਘੀਆ ਕੱਦੂ, ਮੂੰਗੀ ਦੀ ਦਾਲ, ਮਸਰਾਂ ਦੀ ਦਾਲ, ਗੋਭੀ, ਸ਼ਿਮਲਾ ਮਿਰਚ, ਇਹ ਸਬਜ਼ੀਆਂ ਜਿਹੜੀਆਂ ਨੇ ਇਹ ਕਿਡਨੀਜ਼ ਵਾਸਤੇ ਟੋਟਲੀ ਹਾਰਮਲੈਸ ਨੇ। ਅਗਰ ਕਿਸੇ ਨੂੰ ਲੱਗਦਾ ਵਾ ਮੈਂ ਡਾਇਬੀਟਿਕ ਹਾਂ ਔਰ ਮੇਰੀ ਪ੍ਰੋਟੀਨ ਲੀਕੇਜ ਯੂਰਿਨ 'ਚ ਆਣੀ ਸ਼ੁਰੂ ਹੋ ਗਈ ਹੈ ਜਾਂ ਮੈਨੂੰ 5% 10% ਵੀ ਐਸੇ ਸਿੰਪਟਮਸ ਆ ਰਹੇ ਨੇ ਜਿਹਦੇ ਨਾਲ ਲੱਗਦਾ ਵਾ ਕਿ ਮੇਰੀ ਕਿਡਨੀਜ਼ ਡੈਮੇਜ ਹੋ ਸਕਦੀਆਂ ਨੇ, ਸਾਨੂੰ ਇਹਨਾਂ ਸਬਜ਼ੀਆਂ ਨੂੰ ਹੀ ਬਾਰ-ਬਾਰ ਘੁਮਾਉਣਾ ਚਾਹੀਦਾ ਵਾ। ਜਿਹੜੀਆਂ ਦੂਜੀਆਂ ਸਬਜ਼ੀਆਂ ਨੇ ਜਿਹੜੀਆਂ ਮਾੜੀਆਂ ਨੇ, ਉਹ ਨੇ ਮਾਂਹ ਦੀ ਦਾਲ, ਰਾਜਮਾ, ਚਿੱਟੇ ਛੋਲੇ, ਇਹੋ ਜਿਹੀ ਜਿਹੜੀ ਅਰਬੀ, ਕਚਾਲੂ, ਇਹ ਜਿਹੜੀਆਂ ਭਾਰੀਆਂ ਸਬਜ਼ੀਆਂ ਨੇ, ਬਹੁਤ ਜ਼ਿਆਦਾ ਵਾਈ ਕਰਨ ਵਾਲੀਆਂ ਸਬਜ਼ੀਆਂ ਨੇ, ਅਗਰ ਇਹਨਾਂ ਦਾ ਯੂਜ਼ ਜ਼ਿਆਦਾ ਕੀਤਾ ਜਾਂਦਾ ਹੈ। ਔਰ ਹੈਵੀ ਨਾਨ ਵੈਜੀਟੇਰੀਅਨ ਡਾਈਟ, ਅਗਰ ਕੋਈ ਨਾਨ ਵੈਜੀਟੇਰੀਅਨ ਡਾਈਟ ਲੈਣਾ ਚਾਹੁੰਦਾ ਵਾ, ਫਿਸ਼,
ਅਪ ਟੂ ਸਮ ਐਕਸਟੈਂਟ ਐਂਡ ਚਿਕਨ ਅਪ ਟੂ ਸਮ ਐਕਸਟੈਂਟ ਅਗਰ ਕਿਡਨੀਜ਼ ਪਾਰਸ਼ਲੀ ਡੈਮੇਜ ਨੇ, ਥੋੜ੍ਹੀਆਂ ਡੈਮੇਜ ਨੇ, ਤਾਂ ਚੱਲ ਸਕਦਾ ਵਾ। ਲੇਕਿਨ ਅਗਰ ਉਹ ਮਟਨ ਵੱਲ ਜਾਂਦਾ ਵਾ ਜਾਂ ਹੈਵੀ ਮੀਟ ਵੱਲ ਜਾਂਦਾ ਵਾ, ਉਹ ਕਿਡਨੀਜ਼ ਨੂੰ ਬਹੁਤ ਜਲਦੀ ਨੁਕਸਾਨ ਪਹੁੰਚਾਉਂਦੇ ਨੇ। ਤੇ ਡਾਕਟਰ ਸਾਹਿਬ, ਜਿਵੇਂ ਤੁਸੀਂ ਸਬਜ਼ੀਆਂ ਦੀ ਗੱਲ ਕੀਤੀ ਹੈ, ਆਮ ਸਬਜ਼ੀ ਬਣਾ ਕੇ ਜਿਵੇਂ ਅਸੀਂ ਮਸਾਲੇ ਮਸੂਲੇ ਪਾ ਕੇ ਬਣਾਉਣੇ ਆ ਜਾਂ ਸੂਪ ਵਗੈਰਾ ਪੀਣਾ ਚਾਹੀਦਾ? ਦੇਖੋ, ਅਗਰ ਕਿਡਨੀਜ਼ ਬਹੁਤ ਡੈਮੇਜ ਨਹੀਂ ਹੈ ਜੱਗੀ ਜੀ, ਤੇ ਜਿਹੜੇ ਮਸਾਲੇ ਸਾਡੇ ਇੰਡੀਅਨ ਮਸਾਲੇ ਹਨ ਨਾ ਜੀ, ਚਾਹੇ ਉਹ ਕਾਲੀ ਮਿਰਚ ਹੈ, ਚਾਹੇ ਉਹ ਜੀਰਾ ਹੈ, ਚਾਹੇ ਉਹ ਕੀ ਕਹਿੰਦੇ ਆ ਵਾਈਟ ਪੈਪਰ ਹੈ, ਜਿਹੜਾ ਆਪਾਂ ਗਰਮ ਮਸਾਲੇ 'ਚ ਕਾਮਨ ਚੀਜ਼ਾਂ ਪਾਉਂਦੇ ਆ, ਇਹ ਮਾੜਾ ਨਹੀਂ ਹੈ। ਅਗਰ ਆਪਾਂ ਇਹਨੂੰ ਲਿਮਿਟਿਡ ਪਾ ਰਹੇ ਹਾਂ, ਜਿੰਨਾ ਆਪਾਂ ਆਮ ਘਰਾਂ 'ਚ ਕੁਕਿੰਗ ਵਾਸਤੇ ਪਾਉਂਦੇ, ਕੰਮ ਖਰਾਬ ਨਹੀਂ ਹੁੰਦਾ। ਖਰਾਬ ਕੰਮ ਹੁੰਦਾ ਜਦੋਂ ਆਪਾਂ ਮੱਖਣ ਕਿੰਨਾ ਪਾ ਲੈਂਦੇ ਆ, ਘਿਓ ਕਿੰਨਾ ਉੱਪਰੋਂ ਪਾ ਲੈਂਦੇ ਆ, ਉਹ ਫੈਟਸ ਕੰਮ ਖਰਾਬ ਕਰਦੇ। ਤੜਕੇ 'ਚ ਪਾਉਣ ਵਾਲੇ ਜਿਹੜੇ ਮਸਾਲੇ ਸਾਡੇ ਨਾਰਮਲ ਪੰਜਾਬੀ ਮਸਾਲੇ ਨੇ ਜੀ, ਉਹ ਕਿਡਨੀਆਂ ਵਾਸਤੇ ਮਾੜੇ ਨਹੀਂ ਹੈ, ਉਹ ਖਾਧੇ ਜਾ ਸਕਦੇ ਨੇ ਜੀ। ਕਾਲ ਲੈ ਲੈਣੇ ਜੀ ਹੋਰ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ, ਸਰ ਸੁਰਿੰਦਰ ਸਿੰਘ ਜੀ। ਜੀ ਸੁਰਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਨ ਹੋ ਜੀ। ਸਤਿ ਸ਼੍ਰੀ ਅਕਾਲ ਜਗਤਾਰ ਸਿੰਘ ਜੱਗੀ, ਕੀ ਹਾਲ ਚਾਲ ਜੀ? ਬਸ ਕਿਰਪਾ ਜੀ, ਕਿਰਪਾ। ਮੈਂ ਕਿਹਾ ਜੀ ਅੱਜ ਸਿਹਤ ਦੀ ਗੱਲ ਕਰੀਏ, ਖਾਸ ਤੌਰ ਤੇ ਕਿਡਨੀਆਂ ਦੀ ਆਪ ਧਿਆਨ ਹੀ ਨਹੀਂ ਬੰਦੇ ਆਪਾਂ ਦਿੰਦੇ, ਪਤਾ ਨਹੀਂ ਲੱਗਦਾ, ਬਾਅਦ 'ਚ ਪਤਾ ਲੱਗਦਾ। ਨਹੀਂ ਜੀ, ਹੁਣ ਡਾਕਟਰ ਸਾਹਿਬ ਨੇ ਦੱਸਿਆ ਜਿਹੜਾ ਵੀ ਆਹ ਤੱਕ ਟੈਸਟ ਕਦੇ ਕਰਾਇਆ ਨਹੀਂ ਆਪਾਂ, ਜਿਹੜਾ ਨਹੀਂ ਦੱਸਿਆ ਯੂਰੀਨ ਦਾ। ਹਾਂ, ਦੇਖੋ ਕਿੰਨੀ ਉਮਰ ਹੋ ਗਈ। ਹਾਂਜੀ, ਤੇ ਡਾਕਟਰ ਸਾਹਿਬ ਨਾਲੇ ਕਿ ਚਲੇ ਗਏ? ਨਾਲ ਹੀ ਨੇ ਜੀ, ਨਾਲ ਹੀ। ਦੱਸ ਕਰੋ ਗੱਲ ਤੁਸੀਂ। ਅੱਛਾ, ਮੈਂ ਦਵਾਈਆਂ ਨਾਲ ਜਿੱਦਾਂ ਜੀ ਜਿਹਦਾ ਬਲੱਡ ਪ੍ਰੈਸ਼ਰ ਤੇ ਸ਼ੂਗਰ ਦਾ ਲੈਵਲ ਕਿੰਨਾ ਰਵੇ ਤਾਂ ਠੀਕ ਰਹਿੰਦਾ ਜੀ, ਇਹੀ ਪੁੱਛਣਾ। ਬਾਕੀ ਜਿੱਦਾਂ ਜੋੜਾਂ ਦੇ ਦਰਦ ਤਾਂ ਚਲੋ ਫਿਰ ਪੁੱਛ ਲਾਂਗੇ ਵੀ ਜਿੱਦਾਂ ਦਵਾਈਆਂ ਖਾ ਕੇ ਵੀ ਜੇ ਸ਼ੂਗਰ ਦਾ ਜਿਹੜੀ ਬਲੱਡ ਪ੍ਰੈਸ਼ਰ ਦਾ ਕਿੰਨਾ ਲੈਵਲ ਰਹਿਣਾ ਚਾਹੀਦਾ ਜੀ? ਜੀ ਡਾਕਟਰ ਸਾਹਿਬ, ਹਾਂਜੀ ਦੱਸੋ ਜੀ। ਬਹੁਤ ਵਧੀਆ ਕੁਐਸਚਨ ਸਰ ਤੁਸੀਂ ਪੁੱਛਿਆ ਹੋਇਆ। ਦੇਖੋ, ਵਾਕਈ ਇਹ ਜਾਣਨਾ ਬੜਾ ਜ਼ਰੂਰੀ ਹੈ, ਕਿਉਂਕਿ ਜਿਹੜੇ ਵੀ ਮਰੀਜ਼ ਬਲੱਡ ਪ੍ਰੈਸ਼ਰ ਦੇ ਮਰੀਜ਼ ਨੇ ਜਾਂ ਡਾਇਬਟੀਜ਼ ਦੇ ਮਰੀਜ਼ ਨੇ, ਉਹਨਾਂ ਵਾਸਤੇ ਲੈਵਲ ਮੇਨਟੇਨ ਕਰਨਾ ਬੜਾ ਜ਼ਰੂਰੀ ਹੈ। ਮੈਂ ਇਹੀ ਦੱਸਣਾ ਚਾਹਾਂਗਾ ਕਿ ਬਲੱਡ ਸ਼ੂਗਰ 'ਚ 140 ਤੋਂ ਥੱਲੇ ਅਗਰ ਫਾਸਟਿੰਗ ਆ ਰਹੀ ਹੈ, 140 ਤੋਂ ਥੱਲੇ ਅਗਰ ਫਾਸਟਿੰਗ ਆ ਰਹੀ ਹੈ, ਮੇਰਾ ਐਕਸਪੀਰੀਅੰਸ ਕਹਿੰਦਾ ਹੈ ਕਿ ਉਹ ਸਫੀਸ਼ੀਐਂਟਲੀ ਮੈਨੇਜਡ ਹੈ। ਔਰ ਅਗਰ ਆਪਾਂ ਬੀਪੀ ਦੀ ਗੱਲ ਕਰ ਰਹੇ ਹਾਂ, ਤੇ ਮੈਕਸਿਮਮ ਤੋਂ ਮੈਕਸਿਮਮ ਜਿਹੜਾ ਉੱਪਰਲਾ ਬੀਪੀ 140 ਤੇ ਜਿਹੜਾ ਨੀਚੇ ਵਾਲਾ ਬੀਪੀ ਉਹ 90। ਸਾਨੂੰ ਦਵਾਈ ਮਾੜੀ ਜੀ ਵੱਧ ਵੀ ਖਾਣੀ ਪੈ ਜਾਵੇ, ਨਮਕ ਘਟਾਣਾ ਪੈ ਜਾਵੇ, ਲੇਕਿਨ ਆਪਾਂ ਆਪਣਾ ਬੀਪੀ 140 ਤੋਂ ਉੱਪਰ ਨਹੀਂ ਜਾਣ ਦੇਣਾ, ਉਹਨੂੰ ਉੱਥੇ ਹੀ ਰੱਖਣਾ ਵਾ ਜੀ। ਤੇ ਜਿਵੇਂ ਸ਼ੂਗਰ ਦੀ ਤੁਸੀਂ ਗੱਲ ਕੀਤੀ ਹੈ, ਸ਼ੂਗਰ ਦੀ ਵੀ ਜਿਵੇਂ ਕਹਿੰਦੇ ਜੀ 500 mg ਦੀ ਖਾਂਦਾ ਤਾਂ ਬੰਦਾ 1000 ਦੀ ਖਾਣੀ ਸ਼ੁਰੂ ਕਰ ਦੇ, ਜੇ ਕੋਈ 1000 ਦੀ ਖਾਂਦਾ 500 ਦੀ, ਇਹਦਾ ਨੁਕਸਾਨ ਤਾਂ ਨਹੀਂ ਕੋਈ? ਇਹਦੇ 'ਚ ਦੇਖੋ ਜੀ, 2-3 ਸਾਲਟਸ ਨੇ ਜੱਗੀ ਜੀ, ਜਿਹਦੇ 'ਚੋਂ ਇੱਕ ਸਾਲਟ ਹੈ ਮੈਟਫੋਰਮਿਨ। ਮੈਟਫੋਰਮਿਨ ਇੱਕ ਡਾਇਬਟਿਕ ਪੇਸ਼ੈਂਟ ਦੇ ਕੇਸ 'ਚ ਬੜਾ ਕਾਮਨਲੀ ਯੂਜ਼ ਕਰਨ ਵਾਲਾ ਸਾਲਟ ਹੈ। ਮੇਰਾ ਆਪਣਾ ਮੰਨਣਾ ਹੈ ਔਰ ਮੇਰਾ ਆਪਣਾ ਐਕਸਪੀਰੀਅੰਸ ਔਰ ਮੈਡੀਕਲ ਸਾਇੰਸ ਵੀ ਇਹ ਕਹਿੰਦੀ ਹੈ ਕਿ ਮੈਟਫੋਰਮਿਨ ਜਿੰਨੀ ਘੱਟ ਮਿਲੀਗ੍ਰਾਮ ਦੀ ਲਿੱਤੀ ਪਏ ਉਨਾ ਹੀ ਫਾਇਦਾ ਹੈ, ਕਿਉਂਕਿ ਉਹ ਨਿਊਰੋਨਸ ਨੂੰ ਵੀ ਡੈਮੇਜ ਕਰਦੀ ਹੈ ਤੇ ਨੈਫਰੋਨਸ ਨੂੰ ਵੀ ਡੈਮੇਜ ਕਰਦੀ ਹੈ। ਸਾਨੂੰ ਆਪਣੀ ਬਲੱਡ ਸ਼ੂਗਰ ਨੂੰ ਵਾਕਿੰਗ ਕਰਕੇ ਕੰਟਰੋਲ ਕਰਨਾ ਚਾਹੀਦਾ ਹੈ ਜੀ। ਲੇਕਿਨ ਐਲੋਪੈਥਿਕ ਦਵਾਈਆਂ ਬਾਕੀ ਇੰਨੀਆਂ ਮਾੜੀਆਂ ਨਹੀਂ ਹੈ, ਮੈਟਫੋਰਮਿਨ ਅਵੋਇਡ ਕਰੋ ਜੀ। ਕਾਲਾਂ ਲੈ ਲਈ ਜੀ ਹੋਰ। ਜੀ ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਨ 에ਅਰ ਹੋ ਧੀਰ ਸਾਹਿਬ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਨ 에ਅਰ ਹੋ ਸਰ। ਹਾਂਜੀ, ਸਤਿ ਸ਼੍ਰੀ ਅਕਾਲ ਡਾਕਟਰ ਸ਼ਰਮਾ ਜੀ, ਤੁਹਾਨੂੰ ਮੇਰੇ ਵੱਲੋਂ ਨਮਸਤੇ। ਅੱਛਾ, ਮੇਰੀ ਫੈਮਿਲੀ ਦੇ ਵਿੱਚ, ਮੇਰੇ ਘਰ ਦੇ ਵਿੱਚ ਤੁਸੀਂ ਜਿਸ ਤਰ੍ਹਾਂ ਪਹਿਲਾਂ ਦੱਸਿਆ ਨਾ ਵੀ ਜਿਹੜਾ ਕੈਨ ਫੂਡ ਖਾਂਦੇ ਆ ਲੋਕੀ, ਇਹਨਾਂ ਦੇ ਵਿੱਚ ਕੈਮੀਕਲ ਬਹੁਤ ਹੁੰਦੇ ਨੇ। ਮੈਂ ਕਦੇ ਵੀ ਆਪਣੀ ਜ਼ਿੰਦਗੀ ਦੇ ਵਿੱਚ, ਕੈਨੇਡਾ ਦੇ ਵਿੱਚ ਸਾਰੀ ਜ਼ਿੰਦਗੀ ਲੰਘਾਤੀ, ਕਦੇ ਵੀ ਕੈਨ ਫੂਡ ਨਹੀਂ ਖਰੀਦਿਆ, ਕਿਉਂਕਿ ਮੈਂ ਸ਼ੁਰੂ ਤੋਂ ਹੀ ਹੈਲਥ ਬਾਰੇ ਮੈਂ ਪੜ੍ਹਦਾ ਰਹਿਣਾ, ਕਾਫੀ ਕੁਛ ਹੈ। ਤੇ ਮੇਰੇ ਘਰ ਦੇ ਵਿੱਚ ਹਰੀਆਂ ਸਬਜ਼ੀਆਂ ਤੇ ਜਾਂ ਜਿਹੜਾ ਮੀਟ ਵੀ ਲਿਆਉਂਦੇ ਆ, ਉਹ ਘਰ ਉਸੇ ਦਿਨ ਲਿਆ ਕੇ ਉਸੇ ਦਿਨ ਅਸੀਂ ਬਣਾ ਕੇ ਰੱਖ ਲੈਂਦੇ ਹਾਂ। ਅਸੀਂ ਫ੍ਰਿਜ ਦੇ ਵਿੱਚ ਬਹੁਤਾ ਚਿਰ ਨਹੀਂ ਰੱਖਦੇ ਤੇ ਦੁੱਧ ਵੀ ਅਸੀਂ ਵੀ ਬਹੁਤਾ ਨਹੀਂ ਲਿਆਉਂਦੇ, ਉਹਨਾਂ ਕੁ ਲਿਆਉਂਦੇ ਆ ਜਿੰਨਾ ਸਾਨੂੰ। ਪੁੱਛਣਾ ਧੀਰ ਸਾਹਿਬ, ਕੀ ਪੁੱਛਣਾ ਚਾਹੁੰਦੇ ਡਾਕਟਰ ਸਾਹਿਬ ਨੂੰ ਸਵਾਲ? ਮੈਂ ਪੁੱਛਣਾ ਚਾਹੁੰਦਾ ਵੀ ਸਾਡੀ ਕਮਿਊਨਿਟੀ ਦੇ ਵਿੱਚ ਸ਼ੂਗਰ ਬਹੁਤ ਆ, ਡਾਇਬੈਟਿਕ ਜੀ, ਤੇ ਲੋਕੀ ਫਿਰ ਵੀ ਸ਼ਰਾਬ ਪੀਣ ਤੋਂ ਨਹੀਂ ਹਟਦੇ। ਇਹਦਾ ਕੀ ਅਸਰ ਜ਼ਿਆਦਾ ਪੈਂਦਾ ਕਿਡਨੀ ਤੇ, ਜਿਹਨੂੰ ਆਪਾਂ ਗੁਰਦੇ ਕਹਿੰਦੇ ਆ ਕਿਡਨੀਆਂ ਨੂੰ, ਤੇ ਇਹਦਾ ਕੀ ਅਸਰ ਪੈਂਦਾ ਸ਼ੂਗਰ ਦਾ ਤੇ ਸਾਰਾ ਸ਼ਰਾਬ ਪੀਣ ਨਾਲ, ਇਹਨਾਂ ਚੀਜ਼ਾਂ ਤੇ? ਜੀ ਜੀ, ਮਿਹਰਬਾਨੀ ਜੀ, ਬਹੁਤ ਮਿਹਰਬਾਨੀ ਜੀ ਡਾਕਟਰ ਸਾਹਿਬ। ਧੀਰ ਸਾਹਿਬ, ਇਸ ਤਰ੍ਹਾਂ ਹੈ ਕਿ ਦੇਖੋ, ਇੱਕ ਤੇ ਬਹੁਤ ਚੰਗੀ ਤੁਸੀਂ ਗੱਲ ਦੱਸੀ ਹੈ ਜੀ, ਕੈਨਡ ਫੂਡ ਨਹੀਂ ਲੈ ਰਹੇ, ਬਹੁਤ ਖੁਸ਼ੀ ਦੀ ਗੱਲ ਹੈ ਜੀ। ਤੁਹਾਡੇ ਕੋਲੋਂ ਦੂਜਿਆਂ ਨੂੰ ਵੀ ਇੱਕ ਮਾਰਗਦਰਸ਼ਨ ਲੈਣਾ ਚਾਹੀਦਾ ਵੀ ਕਿ ਉਹ ਵੀ ਜਿੰਨਾ ਹੋ ਸਕੇ ਘਰ ਦਾ ਪੱਕਿਆ ਖਾਣਾ ਖਾਣ, ਕਿਉਂਕਿ ਜਿੰਨਾ ਫੂਡ ਪੁਰਾਣਾ ਹੋ ਜਾਂਦਾ ਜੀ, ਵਾਯੂ ਉਨਾ ਹੀ ਵਧੀ ਜਾਂਦਾ ਹੈ। ਡਾਇਬਟੀਜ਼ ਦੀ ਤੁਸੀਂ ਗੱਲ ਕੀਤੀ, ਕਮਿਊਨਿਟੀ 'ਚ ਜ਼ਿਆਦਾ ਆਉਣ ਦੀ, ਵਾਕ ਵਧਾਓ, ਜਿੰਨੀ ਵਾਕ ਕਰ ਸਕਦੇ ਆ ਉਨਾ ਹੀ ਜ਼ਿਆਦਾ ਚੰਗਾ ਵਾ। ਲਿਕਰ ਦੀ ਗੱਲ ਕੀਤੀ ਉਹਨਾਂ ਨੇ। ਹਾਂਜੀ, ਲਿਕਰ ਦੀ ਅਗਰ ਆਪਾਂ ਗੱਲ ਕਰੀਏ, ਅਗਰ ਐਲਕੋਹਲ ਕੋਈ ਪਾਰਟੀ 'ਚ ਲੈ ਰਿਹਾ ਵਾ
ਦੇਖੋ ਹਾਲਾਂਕਿ ਮੈਂ ਡਰਿੰਕ ਨਹੀਂ ਕਰਦਾ, ਲੇਕਿਨ ਉਹਦੇ ਬਾਵਜੂਦ ਇਹ ਹੈ ਕਿ ਮੈਂ ਕਹਾਂ ਜੀ ਬਿਲਕੁਲ ਹੀ ਡਰਿੰਕਿੰਗ ਮਾੜੀ ਹੈ। ਡਰਿੰਕਿੰਗ ਸੋਸ਼ਲੀ ਅਗਰ ਕੋਈ ਬੰਦਾ ਬੜਾ ਕੰਟਰੋਲ ਡਰਿੰਕਿੰਗ ਲੈ ਰਿਹਾ, ਆਯੁਰਵੇਦ ਚ ਆਸਾ ਵਰਿਸ਼ਟ ਐਸੇ ਆਉਂਦੇ ਨੇ ਜਿਹੜੇ ਲਿੱਤੇ ਜਾ ਸਕਦੇ ਨੇ, ਲੇਕਿਨ ਅਗਰ ਬੰਦਾ ਰੋਜ਼ ਹੀ ਡਰਿੰਕ ਕਰਨ ਲੱਗ ਪਵੇ, ਡਰਿੰਕਿੰਗ ਦੀ ਇੱਕ ਆਦਤ ਹੀ ਪਾ ਲਵੇ, ਉਹਨੂੰ ਕਹਿੰਦੇ ਮਦਾਤੇ ਜਿਹੜਾ ਵਾ ਕਿਡਨੀ ਨੂੰ ਵੀ ਡੈਮੇਜ ਕਰਦਾ ਵਾ ਤੇ ਲਿਵਰ ਨੂੰ ਵੀ ਡੈਮੇਜ ਕਰਦਾ ਅਗਰ ਆਪਾਂ ਬਹੁਤ ਆਦਤ ਪਾ ਲਈਏ। ਜੀ ਕਾਲਾਂ ਲੈ ਲਈਏ ਜੀ, ਇੱਕ ਦੋ ਹੋਰ ਜੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਨ 에ਅਰ ਹੋ ਜੀ ਸਰ, ਟੀਵੀ ਦੀ ਆਵਾਜ਼ ਘੱਟ ਕਰੋ ਜੀ ਮਿਹਰਬਾਨੀ। ਸਤਿ ਸ੍ਰੀ ਅਕਾਲ ਜੱਗੀ ਸਾਹਿਬ ਜੀ। ਸਤਿ ਸ਼੍ਰੀ ਅਕਾਲ ਜੀ। ਟੀਵੀ ਦੀ ਆਵਾਜ਼ ਹੋ ਗਈ ਜੀ, ਹੋ ਗਈ ਠੀਕ ਹੈ। ਬਸ ਮੈਂ ਤਾਂ ਇਹੀ ਪੁੱਛਣਾ ਜੀ ਤੇ ਜਿਹੜਾ ਬਲੱਡ ਪ੍ਰੈਸ਼ਰ ਹੈ ਉਮਰ ਦੇ ਹਿਸਾਬ ਨਾਲ ਵੀ ਕੋਈ ਵੱਧ ਵੀ ਹੋਵੇ ਕੋਈ ਨਹੀਂ? ਹਾਂਜੀ, ਉਮਰ ਦੇ ਹਿਸਾਬ ਨਾਲ ਡਾਕਟਰ ਸਾਹਿਬ। ਹਾਂਜੀ ਬਿਲਕੁਲ ਜੀ, ਉਮਰ ਦੇ ਹਿਸਾਬ ਨਾਲ ਸਾਡੀਆਂ ਜਿਹੜੀਆਂ ਆਰਟਰੀਜ਼ ਨੇ ਉਹ ਨਾਰਮਲ ਹਾਰਡਨ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ। ਉਹੀ ਬੀਪੀ ਜਿਹੜਾ 120 ਦੀ ਜੀ ਡਾਕਟਰ ਸਾਹਿਬ ਸਵਾਲ ਦੁਬਾਰਾ ਇੱਕ ਮਿੰਟ ਸੁਣ ਲਿਓ। 50 ਸਾਲ ਤੋਂ ਉੱਤੇ ਅਗਰ ਹੋ ਜਾਂਦਾ 100 ਉਮਰ ਉੱਪਰ ਹੈ ਤੇ ਜੇ ਥੋੜਾ ਬਹੁਤ ਵੱਧ ਵੀ ਹੁੰਦਾ ਨਾ, ਸਵਾਲ ਇਹ ਹੈਗਾ ਵੀ ਥੋੜਾ ਬਹੁਤ ਵੱਧ ਵੀ ਹੁੰਦਾ ਤੇ ਕੋਈ ਪ੍ਰੋਬਲਮ ਤਾਂ ਨਹੀਂ? ਬਿਲਕੁਲ ਜੀ, ਅਗਰ 50 ਸਾਲ ਦੀ ਏਜ ਹੋ ਗਈ ਹੈ ਔਰ ਬੀਪੀ ਸਾਡਾ 140 ਰਹਿ ਰਿਹਾ, ਉੱਪਰਲਾ ਥੱਲੇ ਵਾਲਾ 90 94 ਤੱਕ ਵੀ ਜਾ ਰਿਹਾ ਵਾ ਤਾਂ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ, ਲੇਕਿਨ ਉਸ ਤੋਂ ਨਹੀਂ ਜ਼ਿਆਦਾ ਹੋਣਾ ਚਾਹੀਦਾ ਕਿਉਂਕਿ ਉਮਰ ਦੇ ਨਾਲ ਸਾਡੀਆਂ ਆਰਟਰੀਜ਼ ਹਾਰਡਨ ਅਪ ਹੁੰਦੀਆਂ ਨੇ। ਉਹ ਥੋੜਾ ਬੀਪੀ ਵਧਣਾ ਇੱਕ ਨਾਰਮਲ ਚੀਜ਼ ਹੈ ਉਮਰ ਦੇ ਨਾਲ, ਲੇਕਿਨ ਉਸ ਤੋਂ ਉੱਪਰ ਨਾ ਜਾਏ ਤੇ ਚੰਗੀ ਗੱਲ ਹੈ ਜੀ। ਹੈਲੋ, ਤੁਸੀਂ ਆਨ 에ਅਰ ਹੋ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਕਹਿਣਾ ਚਾਹੁੰਦੇ? ਹਾਂਜੀ ਸਤਿ ਸ੍ਰੀ ਅਕਾਲ ਜੱਗੀ ਭਾਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭੈਣ ਜੀ। ਡਾਕਟਰ ਸਾਹਿਬ ਨੂੰ ਸਤਿ ਸ੍ਰੀ ਅਕਾਲ ਜੀ। ਮੈਨੂੰ ਥਾਇਰਾਇਡਸ ਆ ਭਾਜੀ ਜੀ, ਤੇ ਉਹਦੇ ਲਈ ਮੈਂ ਇਹਨਾਂ ਤੋਂ ਪੁੱਛਣਾ ਮੰਗਦੀ ਵੀ ਕੀ ਖਾਣਾ ਚਾਹੀਦਾ ਆ? 100% ਜਾਂ ਘਟਦਾ ਨਹੀਂ ਹੈਗਾ, ਬਹੁਤ ਜ਼ਿਆਦਾ ਆ ਜੀ। ਡਾਕਟਰ ਸਾਹਿਬ ਆਰਥਰਾਈਟਿਸ ਵਾਸਤੇ ਛੋਟੀਆਂ ਚੀਜ਼ਾਂ ਦੱਸਾਂਗਾ ਜੀ। ਸਭ ਤੋਂ ਪਹਿਲੇ ਦਿਨ 'ਚ ਜਿੰਨੀ ਵਾਰੀ ਪਾਣੀ ਪੀਣਾ ਹੈ ਗਰਮ ਪਾਣੀ ਪੀਣਾ ਹੈ। ਦੂਜੀ ਗੱਲ, ਸੁੰਡ, ਅਗਰ ਤੁਹਾਡਾ ਸਰੀਰ ਬਹੁਤ ਗਰਮੀ ਖੋਰਾ ਨਹੀਂ ਹੈ ਤੇ ਤੁਸੀਂ ਥੋੜੀ ਜਿਹੀ ਸੁੰਡ ਤੁਸੀਂ ਲਗਾ ਲਓ ਕਿ 100 ਗ੍ਰਾਮ ਸੁੰਡ ਦੇ ਵਿੱਚ ਤੁਸੀਂ ਪਾ ਲਵੋ ਅਜਵੈਨ ਤਕਰੀਬਨ 50 ਗ੍ਰਾਮ, ਨਾਲ ਉਹਦੇ ਪਾ ਲਓ ਕਾਲੀ ਮਿਰਚਾਂ 10 ਗ੍ਰਾਮ ਤੇ ਮੇਥਰੇ ਵੀ ਪਾ ਲਓ ਵਿੱਚ 10 ਗ੍ਰਾਮ। ਇਹਨਾਂ ਨੂੰ ਤੁਸੀਂ ਮਿਕਸ ਕਰ ਲਓ। ਮਿਕਸ ਕਰਕੇ ਤੇ ਚਮਚ ਦਾ ਚੌਥਾ ਹਿੱਸਾ ਸਵੇਰੇ ਤੇ ਚਮਚ ਦਾ ਚੌਥਾ ਹਿੱਸਾ ਸ਼ਾਮੀ ਤੁਸੀਂ ਗਰਮ ਪਾਣੀ ਨਾਲ ਸ਼ੁਰੂ ਕਰੋ। ਇਹਦੇ ਨਾਲ ਅਗਰ ਤੁਸੀਂ ਬਹੁਤ ਤੰਗ ਹੋ, ਇੱਕ ਰਿਊਮੋ ਕੇਅਰ ਦੇ ਨਾਮ ਨਾਲ ਕੈਪਸੂਲਸ ਆਉਂਦੇ ਨੇ ਜਿਹਦੇ 'ਚ ਆਪਾਂ ਰਸੌਨ ਪਾਇਆ ਹੋਇਆ ਹੈ, ਇਹਦੇ 'ਚ ਆਪਾਂ ਪਾਈ ਹੋਈ ਹੈ ਰਾਸਨਾ। ਐਸੀਆਂ ਹਰਬਸ ਨੇ ਜਿਹੜੀਆਂ ਆਰਥਰਾਈਟਿਸ ਦੇ ਆਰਏ ਫੈਕਟਰ ਦੀ ਵੈਲਿਊ ਨੂੰ ਡਾਊਨ ਲੈ ਕੇ ਆਉਂਦੀਆਂ ਨੇ ਜੀ। ਉਹ ਵੀ ਤੁਸੀਂ ਅਗਰ ਚਾਹੋ ਤੇ ਉਹ ਤੁਸੀਂ ਨਿਊਯਾਰਕ 'ਚ ਅਵੇਲੇਬਲ ਹੈ, ਤੁਸੀਂ ਉਹ ਰਿਊਮੋ ਕੇਅਰ ਵੀ ਨਾਲ ਇਸਤੇਮਾਲ ਕਰ ਸਕਦੇ ਹੋ। ਲੇਕਿਨ ਪਾਣੀ ਜਿੰਨੀ ਵਾਰੀ ਪੀਓ ਗਰਮ ਪੀਓ। ਤੁਸੀਂ ਦੇਖੋਗੇ ਗਰਮ ਪਾਣੀ ਪੀਓਗੇ ਤੁਹਾਡੀ ਸਟਿਫਨੈਸ, ਆਰਥਰਾਈਟਿਸ ਸਭ ਤੋਂ ਮਾੜਾ ਬੰਦੇ ਨਾਲ ਕੀ ਹੁੰਦਾ ਕਿ ਉਹਦਾ ਸਰੀਰ ਨਾ ਜਕੜ ਜਾਂਦਾ, ਦਰਦਾਂ ਤੋਂ ਵੀ ਵੱਧ ਜਕੜਿਆ ਹੁੰਦਾ ਸਰੀਰ। ਉਹ ਤੁਸੀਂ ਜਦੋਂ ਗਰਮ ਪਾਣੀ ਪੀਂਦੇ 15 ਦਿਨ ਕਰ ਦੋਗੇ ਨਾ ਜੀ ਤੇ ਉਦੋਂ ਤੁਸੀਂ ਦੇਖੋਗੇ ਜਕੜਾਹਟ ਘਟਣੀ ਸ਼ੁਰੂ ਹੋ ਗਈ ਹੈ। ਲਸਣ ਵੀ ਤੁਹਾਡੇ ਵਾਸਤੇ ਬਹੁਤ ਚੰਗਾ, ਉਹਦੀ ਤੁਰੀਆਂ ਜ਼ਰੂਰ ਲਿਆ ਕਰੋ। ਜੀ ਡਾਕਟਰ ਸਾਹਿਬ, ਆਪਣਾ ਸਮਾਂ ਖਤਮ ਹੈ ਤੇ ਮੈਂ ਬੇਨਤੀ ਕਰਦਾ ਸਾਡੇ ਜਿੰਨੇ ਵੀ ਦਰਸ਼ਕ ਹੈਗੇ ਨੇ, ਕਾਲਾਂ ਵੀ 2-3 ਹੈਗੀਆਂ ਨੇ ਹਜੇ ਹੋਲਡ ਤੇ, ਪਰ ਮੈਂ ਬੇਨਤੀ ਕਰਦਾ ਹੈਗਾ ਵੀ ਟੋਲ ਫ੍ਰੀ ਨੰਬਰ ਜਿਹੜਾ 888 624 5925 ਸਕਰੀਨ ਦੇ ਉੱਪਰ ਵੀ ਆ ਰਿਹਾ। ਲੋਕਲ ਨੰਬਰ ਅਗਰ ਕਿਸੇ ਨੂੰ ਚਾਹੀਦਾ USA ਦਾ ਤੇ 407 777 0062 ਇਸ ਨੰਬਰ ਤੇ ਕਾਲ ਕਰ ਲਿਓ ਤੇ ਡਾਕਟਰ ਸਾਹਿਬ ਤੁਹਾਡੇ ਹਰ ਗੱਲ ਦਾ ਜਵਾਬ ਦੇਣਗੇ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਡਾਕਟਰ ਨਵਦੀਪ ਸ਼ਰਮਾ ਸਾਡੇ ਨਾਲ ਜੁੜਿਆ ਕਰਨਗੇ ਹਰ ਮੰਗਲਵਾਰ ਮੇਰੇ ਇਸੇ ਪ੍ਰੋਗਰਾਮ ਦੇ ਵਿੱਚ, ਤਾਂ ਕਿ ਸਾਡੀ ਸਿਹਤ ਦੀ ਜਿਹੜੀ ਗੱਲਬਾਤ ਹੈ ਉਹ ਕਰ ਸਕਣ, ਸਾਡੀ ਸਿਹਤ ਜਿਹੜੀ ਆ ਉਹ ਫਿੱਟ ਰਹਿ ਸਕੇ, ਬਾਹਰਲੇ ਮੁਲਕਾਂ ਦੇ ਵਿੱਚ ਦੌੜ ਭੱਜ ਦੀ ਜ਼ਿੰਦਗੀ ਤੋਂ ਅਸੀਂ ਬਚਾਅ ਹੋ ਸਕੀਏ। ਉਮੀਦ ਕਰਦੇ ਹਾਂ ਪ੍ਰੋਗਰਾਮ ਤੁਹਾਨੂੰ ਵਧੀਆ ਲੱਗਿਆ ਹੋਵੇਗਾ। ਤੇ ਰਾਤੀ ਅੱਜ 9 ਵਜੇ ਪੈਸੀਫਿਕ ਟਾਈਮ 9 ਵਜੇ ਪ੍ਰਤਾਪ ਸਿੰਘ ਬਾਜਵਾ ਓਪਨ ਪਲੇਟਫਾਰਮ ਦੇ ਵਿੱਚ ਕਾਂਗਰਸ ਦੇ ਜਿਹੜੇ ਹੈਗੇ ਨੇ MP ਵੀ ਨੇ ਤੇ ਬਹੁਤ ਸਿਰ ਕੱਢ ਲੀਡਰ ਨੇ ਸਰਦਾਰ ਪ੍ਰਤਾਪ ਸਿੰਘ ਬਾਜਵਾ, ਉਹ ਓਪਨ ਪਲੇਟਫਾਰਮ ਦੇ ਵਿੱਚ ਆਉਣਗੇ। ਤੁਸੀਂ ਉਹਨਾਂ ਨੂੰ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ, ਕੋਈ ਸਵਾਲ ਕਰਨਾ ਚਾਹੁੰਦੇ ਹੋ ਤਾਂ 9 ਵਜੇ ਪੈਸੀਫਿਕ ਟਾਈਮ ਹੁਣ ਤੋਂ ਅੱਧਾ ਘੰਟਾ ਬਾਅਦ ਕਾਲ ਕਰ ਸਕਦੇ ਹੋ। ਫਿਲਹਾਲ ਤੁਸੀਂ ਜੁੜੇ ਰਹੋ ਜਸ ਪੰਜਾਬੀ ਦੇ ਨਾਲ। ਮੈਨੂੰ ਆਗਿਆ ਦਿਓ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਖੁਸ਼ ਰਹੋ, ਖੁਸ਼ ਰੱਖੋ, ਰੱਬ ਰਾਖਾ। ਜੀਵੇ ਪੰਜਾਬ, ਜੀਵੇ ਪੰਜਾਬੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਪਾਣੇ ਸਰਬੱਤ ਦਾ ਭਲਾ। ਜਲਵੇ ਚੱਕੀ ਤੇ is brought to you by